द लाइव टूडे चैनल देख रहे दर्शकों का स्वागत। मैं हाँ कमलजीत सिद्धू। सब तो पहली खबर जो है वो हिंदू संगठनों के वन्यों माफ़ी मंग लैन की सामने आ रही है। अज चर्चा का विषय बनी रही है। दिन भर यह खबर दसदी है कि सिख जथेबंदियां ने मोर्चा भी समाप्त कर लिया। कपूरथला के शहीद भगत सिंह चौक के विच मोर्चा लग्या होया सी। सिख जथेबंदियां, दलित जथेबंदियां, किसान जथेबंदियां ते होरनां वन्यों लगाया गया धरना समाप्त होएगा। दस दईए कि बीते दिन बजरंग दल ते होर संगठनों वालों कपूरथला शहर में कढ़ी गई तिरंगा यात्रा दौरान कट्टड़वादी नारे लगाए गए सन। इन्हां नारियां विच कहा गया सी कि जो हिंदुस्तान विच रहना है तो श्री राम कहना होगा। जिस तो बाद सिख जथेबंदियां ते होर संगठन रोह विच आ गए। इस संबंधी अज सवेरे जथेबंदियां वल्लों स्टेट गुरुद्वारा साहब विखे मीटिंग की गई सी अते एसपी कपूरथला नूं मंग पत्र दे के उक्त लोकां ते मामला दर्ज करन दी मंग की गई सी। तो इस तो बाद हुण हिंदू संगठन ने इस मामले विच माफ़ी मंग ली है। इस बारे की कहना है ਵੱਖ-ਵੱਖ संगठन जो उत्थे सी ते हिंदू संगठन का और पुलिस के आला अधिकारियों का। प्रशासन की योग अगुवाई ਜਿਹੜੇ ਬਾਬਾ ਜੀ ਸਾਡੇ ਆਏ ਸੰਤ ਮਹਾਤਮਾ ਆਏ ਆ, ਇਹਨਾਂ ਦੀ योग ਅਗਵਾਈ ਹੇਠ ਔਰ ਸ਼ਹਿਰ ਦੇ ਪਤਵੰਤੇ ਸੱਜਣ ਸਿੱਖਾਂ ਵਿੱਚ ਸਰਦਾਰਾਂ ਵਿੱਚ ਹਿੰਦੂਆਂ ਵਿੱਚੋਂ ਵੀ ਉਹਨੇ ਇਕੱਠੇ ਹੋ ਕੇ ਉਹਦਾ ਇੱਕ ਸਾਂਝਾ ਹੱਲ ਕੱਢਤਾ। ਜਿਹੜੇ ਬੱਚਿਆਂ ਨੇ ਗਲਤੀ ਕੀਤੀ ਸੀਗੀ ਤਾਂ ਗਲਤ ਜਗਾਰਾ ਵਾਲਾ ਸੀ ਕਿ ਖੇਸ ਪਹੁੰਚੀ ਆ, ਅਸੀਂ ਉਹਦਾ ਖੇਤ ਪ੍ਰਗਟ ਕਰਤਾ ਉਹਦਾ। ਸਾਰੇ ਨਹੀਂ, ਮੈਂ ਇਕੱਲੇ ਨੇ ਨਹੀਂ, ਸੂਰੀ ਸਾਹਿਬ ਨਾਲ ਆ, ਸਾਰੇ ਸਮਾਜ ਨੇ ਉਹ ਸਾਡੇ ਪ੍ਰਸ਼ਾਸਨ ਨੇ ਵੀ ਸਾਡੇ ਸ਼ਹਿਰ ਦਾ ਮਾਹੌਲ ਖਰਾਬ ਨਾ ਹੋਵੇ, ਠੀਕ ਆ, ਭਾਈਚਾਰਾ ਬਣੇ ਰਵੇ, ਨੋ ਮਾਸਟਰ ਰਿਸ਼ਤਾ ਇੱਥੇ ਹੀ ਰਵੇ। ਅਸੀਂ ਉਹਨੂੰ ਕਾਇਮ ਰੱਖਦਿਆਂ ਹੋਇਆਂ, ਠੀਕ ਆ, ਅਸੀਂ ਬੜੇ ਹੀ ਪਿਆਰ ਭਰੇ ਮਾਹੌਲ ਦੇ ਵਿੱਚ ਮੇਰੇ ਸਾਰੇ ਭਰਾ ਦੀ ਜਾਈਏ ਯਾਰ, ਜਿੰਨੇ ਬੈਠੇ ਧਰਨੇ 'ਚ ਬੈਠੇ ਆ, ਹੁਣ ਵੀ ਆਏ ਆ, ਉਹ ਮੇਰੇ ਸਾਰੇ ਭਰਾ, ਕੋਈ ਭਤੀਜਾ ਵਾ, ਕੋਈ ਮੇਰਾ ਵੀਰ ਛੋੜਾ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਵਾਂ ਵੀ ਠੀਕ ਆ, ਉਹਨੇ ਬੜੇ ਹੀ ਪਿਆਰ ਦੇ ਨਾਲ ਬੜੇ ਅੱਛੇ ਤਰੀਕੇ ਨਾਲ ਨਿਬੜੀ ਆ। ਮੈਂ ਉਹਨਾਂ ਦਾ ਬਹੁਤ ਧੰਨਵਾਦੀ। ਇਹ ਨਾਰੇ ਲਾਏ ਕਰਕੇ ਬੱਚੇ ਸੀਗੇ ਮੋਰੇ, ਉਹਨਾਂ ਗਲਤੀ ਕੀਤੀ ਆ, ਐਡੀ ਸੰਗਤ ਬੈਠੀ ਹੋਈ ਆ, ਐਡੀ ਸੰਗਤ ਨਹੀਂ ਬੈਠੀ ਹੋਈ ਆ ਜੀ। ਆ ਸੰਤ ਆਏ ਆ, ਇਹ ਸੰਤ ਇੱਕ ਮਿੰਟ ਸੰਤ ਆਏ ਆ ਜੀ, ਠੀਕ ਆ ਜੀ, ਸੰਤਾਂ ਨੇ ਗੱਲ ਕੀਤੀ, ਸੰਤਾਂ ਨੇ ਗੱਲ ਕੀਤੀ। ਜੇ ਹਿੰਦੁਸਤਾਨ 'ਚ ਰਹਿਣਾ ਵਾ ਤੇ ਰਾਮ ਕਹਿਣਾ ਪੈਣਾ ਵਾ, ਇਹਦਾ ਕੀ ਮਤਲਬ ਆ ਜੀ? ਜੇ ਹਿੰਦੁਸਤਾਨ 'ਚ ਰਹਿਣਾ ਵਾ ਤਾਂ ਕਹਿਣਾ ਦਾ ਕੀ ਮਤਲਬ ਆ? ਇਹਦਾ ਕੀ ਮਤਲਬ ਆ? ਸਾਰੀ ਮੈਂਬਰ ਜਿਹੜੇ ਆ ਵਾਹਿਗੁਰੂ ਜੀ ਕਾ ਖਾਲਸਾ, ਬਾਬਾ ਜੀ ਦੱਸਣਗੇ। ਵਾਹਿਗੁਰੂ ਜੀ ਕੀ ਫਤਿਹ। ਜੋ ਭਾਈ ਇੱਥੇ ਭੜਕਾਊ ਨਾਅਰੇ ਲਾਏ ਗਏ ਸੀਗੇ 13 ਤਰੀਕ ਨੂੰ ਤੇ ਜਿਹਨੇ ਇੱਥੇ ਰਹਿਣਾ ਹਿੰਦੂ ਜੈ ਸ਼੍ਰੀ ਰਾਮ ਕਹਿਣਾ ਪਾਏਗਾ ਜੀ, ਜੈ ਸ਼੍ਰੀ ਰਾਮ ਕਹਿਣਾ ਹੋਵੇਗਾ, ਹਿੰਦੁਸਤਾਨ में ਰਹਿਣਾ ਹੋਵੇਗਾ। ਜਿਹਨੇ ਨਹੀਂ ਕਹਿਣਾ ਉਹ ਪਾਕਿਸਤਾਨ, ਨਹੀਂ ਕਹੋਗੇ ਤਾਂ ਪਾਕਿਸਤਾਨ ਜਾਓ। ਉਹਦੇ ਵਿਰੋਧ ਵਿੱਚ ਸਿੱਖ ਜਥੇਬੰਦੀਆਂ, ਨਿਹੰਗ ਸਿੰਘ ਜਥੇਬੰਦੀਆਂ, ਸ਼ਹਿਰ ਦੀਆਂ ਜਥੇਬੰਦੀਆਂ, ਇਲਾਕੇ ਦੀਆਂ ਪੰਚਾਇਤਾਂ, ਸੰਗਤਾਂ, ਇਸੇ ਤਰ੍ਹਾਂ ਇਸ ਪ੍ਰਸ਼ਾਸਨ ਨੇ ਬੜਾ ਸਹਿਯੋਗ ਕੀਤਾ ਭਾਈ, ਜਿਸ ਕਰਕੇ ਜੋ ਇੱਥੇ ਧਰਨਾ ਲਾਇਆ ਗਿਆ ਸੀ, ਧਰਨੇ ਦੇ ਵਿੱਚ ਜੋ ਮੁੱਦੇ ਵਿਚਾਰੇ ਗਏ ਸੀ, ਇਹਨਾਂ ਤੇ ਪਰਚਾ ਹੋਣਾ ਚਾਹੀਦਾ ਜਾਂ ਫਿਰ ਉਹਨਾਂ ਨੇ ਮੀਡੀਆ ਦੇ ਵਿੱਚ ਲਾਈਵ ਹੋ ਕੇ ਵੀ ਸਾਥੋਂ ਇਹ ਗਲਤੀ ਹੋਈ ਹੈ। ਉਹ ਸਾਰੇ ਸਿਆਣੀ ਉਮਰ ਦੇ ਬਜ਼ੁਰਗ ਸੀ ਭਾਈ, ਤੇ ਬੰਦੇ ਤੋਂ ਕਈ ਵਾਰੀ ਹੋ ਜਾਂਦੀਆਂ, ਤੇ ਉਹਨਾਂ ਨੇ ਗਲਤੀ ਕੀਤੀ। ਜਦੋਂ ਉਹਨੂੰ ਅਹਿਸਾਸ ਕਰਾਇਆ ਵੀ ਤੁਸੀਂ ਸਾਰੇ 70 ਸਾਲ ਦੀ ਉਮਰ ਦੇ ਹੋ, ਕੋਈ ਨਿਆਣਾ ਨਹੀਂ ਤੁਹਾਡੇ 'ਚ, ਤੁਸੀਂ ਇਹੋ ਜਿਹੀਆਂ ਗੱਲਾਂ ਕਰੋ, ਭਾਈਚਾਰਕ ਮਾਹੌਲ ਖਰਾਬ ਕਰੋ। ਉਹਨਾਂ ਨੂੰ ਬਹੁਤ ਜ਼ਿਆਦਾ ਸ਼ਰਮ ਵੀ ਆਈ, ਮਹਿਸੂਸ ਵੀ ਹੋਇਆ ਵੀ ਸਾਥੋਂ ਗਲਤੀ ਹੋਈ ਹੈ। ਉਹਨਾਂ ਨੇ ਸਾਰੇ ਵਿਚਾਰ ਸਭ ਦੇ ਸਾਹਮਣੇ ਇਸ ਗੱਲ ਦੀ ਖਿਮਾ ਜਾਚਨਾ ਕੀਤੀ ਹੈ ਔਰ ਅੱਗੇ ਤੋਂ ਇਹੋ ਜਿਹੀ ਗਲਤੀ ਨਹੀਂ ਕਰਾਂਗੇ, ਇਹ ਵੀ ਉਹਨਾਂ ਨੇ ਵਚਨ ਦਿੱਤਾ ਹੈ। ਤੇ ਅੱਗੇ ਤੋਂ ਮਹਾਰਾਜ ਕਿਰਪਾ ਰੱਖੇ ਭਾਈ। ਆ ਸਾਰੀਆਂ ਜਥੇਬੰਦੀਆਂ, ਸਾਡੇ ਨਿਹੰਗ ਸਿੰਘ, ਟਕਸਾਲ, ਦਮਦਮੀ, ਹੋਰ ਸਾਰੀਆਂ ਭਾਈ ਸ਼ਹਿਰ ਦੀਆਂ ਜਥੇਬੰਦੀਆਂ, ਸਾਰੀਆਂ ਦੇ ਵਿੱਚ ਉਹਨਾਂ ਨੇ ਮਾਫੀ ਮੰਗੀ ਹੈ। ਤੇ ਹੁਣ ਅਸੀਂ ਮੋਰਚੇ ਨੂੰ ਸਮਾਪਤ ਕਰਦੇ ਹਾਂ ਇੱਥੇ। ਤੇ ਅੱਗੇ ਤੋਂ ਮਹਾਰਾਜ ਕਿਰਪਾ ਕਰਨ ਭਾਈ, ਸਾਰਿਆਂ ਨੂੰ ਸਾਨੂੰ ਭਾਈਚਾਰਕ ਸਾਂਝ ਦੇ ਵਿੱਚ ਰਹਿਣਾ ਚਾਹੀਦਾ ਹੈ। ਪੰਜਾਬ ਦਾ ਸ਼ਾਂਤ ਮਾਹੌਲ ਹੈ, ਇਹਨੂੰ ਸ਼ਾਂਤੀਮਈ ਰਹਿਣਾ ਦੇਣਾ ਚਾਹੀਦਾ ਹੈ। ਇੱਥੇ ਦੰਗੇ ਫਸਾਦ, ਅੱਗ ਲਾਉਣੀ, ਇਹੋ ਜਿਹਾ ਕੁਛ ਸਾਨੂੰ ਸੰਕੋਚ ਕਰਨਾ ਚਾਹੀਦਾ। ਕਿਤੇ ਕਈ ਗੱਲਾਂ ਢੱਕਣ ਵਾਲੀਆਂ ਹੁੰਦੀਆਂ, ਰੋਕਣੀਆਂ ਵੀ ਪੈਂਦੀਆਂ, ਲੁਕਾਉਣੀਆਂ ਵੀ ਪੈਂਦੀਆਂ। ਇਹ ਉਹੀ ਸੀਗੇ ਜਿਹੜੇ ਕਿ ਜਿਨ੍ਹਾਂ ਨੇ ਸੋਸ਼ਲ ਮੀਡੀਆ ਵਾਇਰਲ ਕੀਤਾ ਜਾਂ ਉਹਨਾਂ ਦੇ ਵੱਲੋਂ ਇਹ ਆਏ ਹੋਏ ਸੀ? ਨਾ ਜੀ, ਬਿਲਕੁਲ ਸੇਮ ਬੰਦੇ ਸੀ ਜਿਨ੍ਹਾਂ ਨੇ ਨਾਅਰੇ ਲਾਏ ਸੀ ਹੱਥ ਚੁੱਕ ਕੇ, ਉਹ ਸਾਰੇ ਬੰਦੇ ਮੌਜੂਦ ਸੀਗੇ। ਉਹਨਾਂ ਵੱਲੋਂ ਜਿਹੜੇ ਹੋਰ ਮੈਂਬਰ ਲਾ ਰਹੇ ਸੀ ਉਹ ਨਹੀਂ ਹੈਗੇ ਸੀ ਮੌਕੇ ਤੇ? ਵਿੱਚ ਨਹੀਂ ਵੀ ਸੀ, ਵਿੱਚ ਸਾਰੇ ਨਹੀਂ, ਇੱਕ ਦੋ ਨਹੀਂ ਆਏ, ਇੱਕ ਦੋ ਨਹੀਂ ਆਏ, ਬਾਕੀ ਸਾਰੇ ਆਏ। ਜਿਹੜੇ ਸਾਰੇ ਸਿਆਣੇ ਆਏ ਆ ਜੀ। ਜਿਵੇਂ ਉਹਨਾਂ ਦੇ ਸ਼ਾਇਦ ਖਾਲਿਸਤਾਨ ਦੀ ਮੰਗ ਕਰਦੇ ਆਏ ਆ ਤੇ ਕਹਿੰਦੇ ਵੀ ਦੇਸ਼ ਧਰੋਈ ਆ, ਖਾਲਿਸਤਾਨ ਦਾ ਨਾਰਾ ਲਾਉਂਦਾ। ਸੰਵਿਧਾਨ ਦੇ ਵਿੱਚ ਹਿੰਦੁਸਤਾਨ ਦਾ ਕੋਈ ਵਰਲਡ ਨਹੀਂਗਾ, ਭਾਰਤ ਪਲੱਸ ਇੰਡੀਆ। ਜੇ ਇਹ ਹਿੰਦੁਸਤਾਨ ਦਾ ਨਾਰਾ ਲਾਉਂਦੇ, ਕੀ ਗੱਲ ਇਹਨਾਂ ਤੇ ਨਹੀਂ ਦੇਸ਼ ਧਰੋਹ ਦਾ ਮਾਮਲਾ ਹੋਣਾ ਚਾਹੀਦਾ?
ਮਹਾਰਾਜ ਹੋਣਾ ਤਾਂ ਚਾਹੀਦਾ ਫਿਰ। ਪ੍ਰਸ਼ਾਸਨ ਦਾ ਕੰਮ ਜੇ ਪ੍ਰਸ਼ਾਸਨ ਦਾ ਕੰਮ ਹੈ, ਆਪਣਾ ਕੰਮ ਨਹੀਂ। ਆਪਾਂ ਤਾਂ ਹੁਣ ਆਹ ਕੰਮ ਮਸਾਂ ਕਰਾਇਆਗਾ, ਜਿਹੜੀਆਂ ਉਹਨਾਂ ਨੇ ਮਤਲਬ ਕਿ ਵੀ ਸਰੇਆਮ ਤਕਰੀਰਾਂ, ਕੋਈ ਸਾਡਾ ਸਿੰਘ ਖਾਲਸਤਾਨ ਜਿੰਦਾਬਾਦ ਕਹਦੇ ਫੜ ਕੇ ਨਾਲ ਦੀ ਨਾਲ UAPA ਲਾ ਦਿੰਦੇ ਆ। ਇਹ ਸਰੇਆਮ ਇੱਥੇ ਇਹਨਾਂ ਨੇ ਮਤਲਬ ਕਿ ਵੀ ਇਹ ਤਰੀਕੇ ਨਾਲ ਸੰਗਤ ਜੀ ਜਿੰਨਾ ਕੁਛ ਕੀਤਾ ਇਹਨਾਂ ਨੇ ਵੀ ਪਾਕਿਸਤਾਨ ਜਾਓ, ਹੋਰ ਇਹੋ ਜਿਹਾ ਕੁਛ ਕੀਤਾ, ਇਹ ਭੜਕਾਊ ਨਾ ਨਹੀਂ ਤਾਂ ਹੋਰ ਕੀ ਹੈ ਇਹ। ਬਾਬਾ ਜੀ ਇੱਕ ਆਖਰੀ ਸਵਾਲ ਆ ਜੀ, ਜਿਸ ਤਰ੍ਹਾਂ ਇਹਨਾਂ ਨੇ ਨਾਰਾ ਲਾਇਆ ਸੀਗਾ ਹਿੰਦੁਸਤਾਨ 'ਚ ਰਹਿਣਾ ਵਾ ਤੇ ਸ਼੍ਰੀ ਰਾਮ ਕਹਿਣਾ ਪੈਣਾ ਵਾ, ਹਾਂਜੀ 2024 ਦੇ ਵਿੱਚ ਜਿਹੜੀ ਆ ਇਲੈਕਸ਼ਨ ਆ ਰਹੀ ਆ ਜੀ ਲੋਕ ਸਭਾ ਦੀ, ਕਿਤੇ ਹਿੰਦੂ ਰਾਸ਼ਟਰਵਾਦ ਬਣਾਉਣ ਦਾ ਤਾਂ ਨਹੀਂ ਖਿਆਲ ਹਿੰਦੂਆਂ ਦਾ? ਬਾਬਾ ਜੀ ਗੱਲ ਇਉਂ ਹੈ, ਭੇਡ ਮੰਨਣ ਵਾਸਤੇ ਹੁੰਦੀ ਹੈ, ਪੁੰਨ ਵੇਚੀ ਜਾਂਦੀ ਹੈ। ਅਸੀਂ ਭੇਡਾਂ ਬਣੇ ਹੋਏ ਹਾਂ ਹਜੇ। ਜਦੋਂ ਸਾਨੂੰ ਆਪਣੀ ਵੋਟ ਦਾ ਪਤਾ ਲੱਗ ਗਿਆ ਨਾ ਇਹ ਹਿੰਦੂ ਰਾਸ਼ਟਰ ਬਣੇ, ਨਾ ਇਹ ਕੁਝ ਹੋਰ ਬਣੇ, ਸਾਨੂੰ ਪੂਰਾ ਇਨਸਾਫ ਮਿਲੂ। ਸਾਨੂੰ ਆਪਣੀ ਵੋਟ ਦਾ, ਲੋਕਤੰਤਰ ਦਾ ਪਤਾ ਸੀ ਸਾਡੇ ਕੋਲ ਰਾਈਟ ਕੀ ਹੈ। ਉਹ ਤਾਂ ਅਸੀਂ ਵਿਕ ਜਾਂਦੇ ਹਾਂ ਦੀਵਾਨੀ ਤੇ। ਇਹ ਚੀਜ਼ਾਂ ਤਾਂ RSS 100 ਸਾਲ ਤੋਂ ਕਰਦੀ ਆ ਇਹ ਰਹੀ ਤਾਂ ਹੈ। ਚੱਲੀ ਆਉਂਦਾ ਕੰਮ, ਠੀਕ ਹੈ ਨਾ ਜੀ। ਤੇ ਨਰਿੰਦਰ ਸਿੰਘ ਸਰੋਪੁਰ ਜੀ ਸਾਡੇ ਨਾਲ ਹੈ, ਜਿਹੜਾ ਉਹ ਮਾਫੀ ਮੰਗ ਕੇ ਤਕਰੀਬਨ 70 ਸਾਲ ਦੇ ਬੰਦੇ ਸੀ। ਉਹਨਾਂ ਦੇ ਵਿੱਚ ਪੱਤਰਕਾਰ ਇੰਦਰ ਜੀ ਨੇ ਇਹ ਸਵਾਲ ਵੀ ਕੀਤਾ ਕਿ ਉਹਨਾਂ ਦੇ ਕੁਝ ਸਲਾਰੂ ਸੀ ਜਿਹੜੇ ਨਾਅਰੇ ਲਾਉਂਦੇ ਸੀਗੇ। ਕੀ ਅਹਿਸਾਸ ਹੋਇਆ ਕਿ ਉਹਨਾਂ ਦੇ ਜਿਹੜੇ ਆਪਣੇ ਬੱਚਿਆਂ ਲਈ ਮਾਫੀ ਮੰਗ ਕੇ ਗਏ, ਤੁਸੀਂ ਦਿਲੋਂ ਮਾਫ ਕੀਤਾ? ਦੇਖੋ ਜੀ, ਇਹ ਤਾਂ ਜਿਹੜਾ ਸਿੱਖ ਆ ਨਾ, ਜਦੋਂ ਇਹਦੇ ਕੋਲ ਕੋਈ ਚੱਲ ਕੇ ਆ ਜਾਂਦਾ ਨਾ, ਇਹ ਗੁਰੂ ਨਾਨਕ ਸਾਹਿਬ ਦਾ ਸਾਨੂੰ ਦਿੱਤਾ ਹੋਇਆ ਸਿਧਾਂਤ ਆ। ਉਹ ਬਜ਼ੁਰਗ 70 ਸਾਲ ਦੇ ਉਹਨਾਂ ਦੇ ਚੱਲ ਕੇ ਆ ਗਏ। ਜੇ ਉਹ ਇਹ ਗਾਂ ਕਰਤੂਤ ਕਰਨਗੇ ਤੇ ਫਿਰ ਅਸੀਂ ਕਿਹੜੀਆਂ ਪੰਗਾਂ ਪਾ ਲਈਆਂ। ਅਸੀਂ ਉਹਨਾਂ ਨੂੰ ਇਹ ਬੇਨਤੀ ਕੀਤੀ ਆ ਵੀ ਇਹ ਦੇਖੋ, ਕਪੂਰਥਲਾ ਬਿਲਕੁਲ ਸ਼ਾਂਤ ਆ, ਇੱਥੇ ਕੋਈ ਪ੍ਰੋਬਲਮ ਨਹੀਂ ਆਉਂਦੀ। ਜੇ ਪ੍ਰੋਬਲਮ ਕੋਈ ਕ੍ਰੀਏਟ ਕਰੂਗਾ ਤੇ ਫਿਰ ਉਹਦਾ ਜਵਾਬ ਜਿਹੜਾ ਉਹ ਉਸੇ ਦੂਣ ਸਵਾਇਆ ਬਾਬਾ ਦਿੱਤਾ ਜੀ ਕਿਤੇ ਜਾਊਗਾ। ਇਹ ਤਾਂ ਨਹੀਂ ਚਿੰਤਾ ਕਿ ਉਹਨਾਂ ਨੇ ਮਾਫੀ ਮੰਗ ਕੇ ਜਿਹੜਾ ਕਿ ਸਾਲ ਲਿੱਤਾ, ਇਦਾਂ ਗਲਤੀਆਂ ਬਾਰ-ਬਾਰ ਕਰੀ ਜਾਊਗਾ? ਦੇਖੋ ਜੀ, ਜੇ ਬਾਰ-ਬਾਰ ਕਰਨਗੇ, ਤੁਸੀਂ ਵੀ ਇੱਥੇ, ਅਸੀਂ ਵੀ ਇੱਥੇ, ਜ਼ਿੰਦਗੀ ਚਾਹੀਦੀ ਆ ਤੇ ਪਰ ਇਹ ਗੁਲਾਮੀ ਦੀਆਂ ਨਿਸ਼ਾਨੀਆਂ ਜੋ ਹੋ ਰਿਹਾ। ਕਦੀ ਇੱਕ ਬੱਚਾ 7 ਸਾਲ ਦਾ ਘੜੇ ਦੇ ਪਾਣੀ ਨੂੰ ਹੱਥ ਲਾ ਦਿੰਦਾ, ਉਹਨੂੰ ਇਹ ਮਾਰ ਦਿੰਦੇ ਆ। ਭਾਈਚਾਰਕ ਇਹਨਾਂ ਦਾ ਸ਼ੰਕਰਚਾਰੀਆ ਜਿਹੜਾ ਉੱਥੋਂ ਬਿਆਨ ਦੇਂਦਾ 12 ਤੋਂ ਤੁਸੀਂ ਦੇਖਿਆ ਕਿ ਅੰਦਰ ਜਦੋਂ ਤੁਹਾਡਾ ਨਹੀਂ, ਅਸੀਂ ਨਵਾਂ ਹੋ ਰਿਹਾ ਸੀਗਾ ਕਿ ਉਹ ਮੀਡੀਆ ਨੂੰ ਪਹਿਲਾਂ ਕਹਿੰਦੇ ਇਹ ਬਿਆਨ ਮੁੜ ਕੇ ਮੀਡੀਆ ਦੇ ਸਵਾਲਾਂ ਤੋਂ ਭੱਜਦੇ ਨਜ਼ਰ ਆਏ। ਦੇਖੋ ਉਹਦਾ ਕੀ ਕਾਰਨ ਹੋ ਗਿਆ? ਉਹ ਉਹਨਾਂ ਦੇ ਮਨ ਵਿੱਚ ਉਹ ਚੋਰ ਆ, ਅੱਜ ਵੀ ਚੋਰ ਆ। ਉੱਤੋਂ ਚੋਰ ਤੁਰਿਆ ਆਉਂਦਾ। ਅਸੀਂ ਕਹਿੰਦੇ ਸ਼ਹਿਰ 'ਚ ਚੋਰ ਨਾ ਵੜਨ ਦਈਏ, ਜੇ ਵਾੜਨਗੇ ਤਾਂ ਫਿਰ ਸਾਨੂੰ ਕੱਢਣਾ ਵੀ ਆਉਂਦਾ। ਹੈਡਕੁਆਟਰ ਆ ਇਹ ਹਰਵਿੰਦਰ ਸਿੰਘ ਡੱਲੀ ਨੇ SPD ਨੇ। ਸਰ, ਅੱਜ ਜੋ ਕਾਫੀ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋਈ ਸੀਗੀ ਵੀ ਜਿਹਨੇ ਹਿੰਦੁਸਤਾਨ 'ਚ ਰਹਿਣਾ ਵਾ ਤੇ ਉਹਨੂੰ ਰਾਮ ਕਹਿਣਾ ਪੈਣਾ ਵਾ, ਤੇ ਸਿੱਖ ਜਥੇਬੰਦੀਆਂ ਨੇ ਇਸ ਖਿਲਾਫ ਜਿਹੜਾ ਵਾ ਪ੍ਰਦਰਸ਼ਨ ਕੀਤਾ ਸੀ ਆ, ਤੇ ਕੀ ਫੈਸਲਾ ਹੋਇਆ ਜੀ? ਇਹਦੇ 'ਚ ਅਸੀਂ ਦੋਨਾਂ ਧਿਰਾਂ ਨੂੰ ਇਕੱਠੇ ਬਿਠਾ ਕੇ ਉਹਨਾਂ ਦਾ ਆਪਸ 'ਚ ਸਮਝੌਤਾ ਕਰਾਤਾ, ਜੱਫੀਆਂ ਪੈ ਗਈਆਂ ਨੇ। ਉਹਨਾਂ ਨੇ ਆਪਣਾ ਜੋ ਵੀ ਖੇਦ ਪ੍ਰਗਟ ਕੀਤਾ ਤੇ ਸਾਰਾ ਕੁਝ ਹੋ ਗਿਆ ਤੇ ਹੁਣ ਮਾਹੌਲ ਸ਼ਾਂਤ ਹੈ ਤੇ ਸ਼ੋਭਾ ਯਾਤਰਾ ਚੱਲੂਗੀ ਤੇ ਸਿੱਖ ਜਥੇਬੰਦੀਆਂ ਵੀ ਉੱਥੋਂ ਉੱਠਣ ਲੱਗੀਆਂ ਨੇ। ਤੁਹਾਡੇ ਹਿਸਾਬ ਨਾਲ ਜਿਹੜਾ ਉਹਨਾਂ ਨੇ ਇਹ ਗੱਲ ਕਹੀ ਸੀ ਉਹਦੇ ਤੇ ਕੋਈ ਕਾਰਵਾਈ ਬਣਦੀ? ਵੈਸੇ ਦੇਖੋ ਜਦੋਂ ਰਾਜੀਨਾਮਾ ਹੋ ਗਿਆ ਫਿਰ ਰਾਜੀਨਾਮੇ ਤੋਂ ਬਾਅਦ ਕਾਰਵਾਈ ਕਦੇ ਵੀ ਨਹੀਂ ਹੁੰਦੀ। ਸਰ, ਆਉਣ ਵਾਲੀ 24 ਦੀ ਇਲੈਕਸ਼ਨ ਦੇ ਵਿੱਚ ਕਿਤੇ ਇਹ ਤਾਂ ਨਹੀਂਗਾ ਵੀ ਹਿੰਦੂ ਰਾਸ਼ਟਰ ਬਣਦਾ? ਨਹੀਂ, ਇਹੋ ਜਿਹਾ ਕੋਈ ਨਹੀਂ ਹੈਗਾ। ਭਾਈਚਾਰਾ ਬਹੁਤ ਸਟਰੋਂਗ ਹੈ ਸਾਡੇ ਪੰਜਾਬ ਦਾ ਭਾਈਚਾਰਾ ਬਹੁਤ ਸਟਰੋਂਗ ਆ। ਇਹਨੂੰ ਜਿੰਨੀ ਦੇਰ ਪ੍ਰਸ਼ਾਸਨ ਵੀ ਆਪਦੀ ਮਿਹਨਤ ਕਰਦਾ, ਲੋਕ ਵੀ ਸਾਥ ਦਿੰਦੇ ਨੇ ਇੱਕ ਦੂਜੇ ਦਾ, ਉਨੀ ਦੇਰ ਇਹੋ ਜਿਹਾ ਕੋਈ ਮਾਹੌਲ ਨਹੀਂ ਪੈਦਾ ਹੋਊਗਾ। ਸਿੱਖ ਜਥੇਬੰਦੀਆਂ ਕਹਿੰਦੀਆਂ ਸੀਗੀਆਂ ਵੀ ਸਾਡਾ ਕੰਪਰੋਮਾਈਜ਼ ਹੋਣ ਲੱਗਾ ਵਾ, ਵੀ ਉਹ ਸੌਰੀ ਫੀਲ ਕਹਿਣਗੇ, ਪਰ ਮੀਡੀਆ ਦੇ ਸਾਹਮਣੇ ਕਿਸੇ ਨੇ ਵੀ ਸੌਰੀ ਫੀਲ ਨਹੀਂ ਕੀਤੀ। ਕੀ ਦੇਖੋ ਜੀ, ਦੇਖੋ ਗੱਲ ਸੁਣੋ, ਉਹ ਉਹਨਾਂ ਦੀ ਆਪਦੀ ਸੋਚ ਆ ਜਾਂ ਇਹਨਾਂ ਦੀ ਹੈ। ਦੋਨਾਂ ਤਰ੍ਹਾਂ ਦਾ ਜਦੋਂ ਪੈਚ ਆਫ ਹੋ ਗਿਆ ਫਿਰ ਆਪਾਂ ਇਸ ਗੱਲ ਨੂੰ ਕਿਉਂ ਚੁੱਕਣਾ? ਸਰ, ਪ੍ਰਸ਼ਾਸਨ ਨੇ ਕੋਈ ਚੇਤਾਵਨੀ ਦਿੱਤੀ ਕਿ ਅੱਗੇ ਤੋਂ ਇਦਾਂ ਗਲਤੀ ਨਾ ਕਰਨ? ਹਾਂ, ਪ੍ਰਸ਼ਾਸਨ ਬਿਲਕੁਲ ਕਲੀਅਰ ਹੈ। ਜੇ ਗਲਤੀ ਕਰਨਗੇ ਤੇ ਫਿਰ ਆਪਦੀ ਕਾਰਵਾਈ ਪ੍ਰਸ਼ਾਸਨ ਕਰੂਗਾ। ਕਿਤੇ ਨਾ ਕਿਤੇ ਪ੍ਰਸ਼ਾਸਨ ਦਾ ਅਹਿਮ ਰੋਲ ਰਿਹਾ ਇਸ ਜਿਹੜਾ ਵਾ ਭਾਈਚਾਰਕ ਸਾਂਝ ਨੂੰ ਬਣਾਉਣ ਵਿੱਚ, ਕੀ ਕਹੋਗੇ? ਦੇਖੋ ਜੀ, ਪ੍ਰਸ਼ਾਸਨ ਦੀ ਜ਼ਿੰਮੇਵਾਰੀ ਉਹੀ ਹੁੰਦੀ ਹੈ ਵੀ ਭਾਈਚਾਰਾ ਖਰਾਬ ਨਾ ਹੋਵੇ, ਸ਼ਹਿਰ ਦਾ ਮਾਹੌਲ ਨਾ ਖਰਾਬ ਹੋਵੇ। ਅਦਰਵਾਈਜ਼ ਹੋਰ ਤਾਂ ਸਾਡਾ ਕੋਈ ਹੈ ਨਹੀਂ ਮਕਸਦ ਵੀ ਅਸੀਂ ਇਹਨੂੰ ਇੰਨਾ ਮਿਹਨਤ ਕਰਕੇ ਸਵੇਰ ਦੇ SPD ਸਾਹਿਬ ਲੱਗੇ ਹੋਏ ਨੇ, ਮੈਂ ਲੱਗਿਆ ਆ, ਹੋਰ ਅਫਸਰ ਲੱਗੇ ਹੋਏ ਨੇ ਵੀ ਇਹਨੂੰ ਅਸੀਂ ਸਿਰਫ ਸ਼ਹਿਰ ਦਾ ਮਾਹੌਲ ਨਾ ਖਰਾਬ ਇਸ ਕਰਕੇ ਕਰ ਰਹੇ ਹਾਂ। ਧੰਨਵਾਦ। ਬਾਈਬਲ ਕਲਾਂ ਵਿਖੇ ਇਨਸਾਫ ਦੇ ਲਈ ਲਗਾਤਾਰ ਸੰਘਰਸ਼ ਚੱਲ ਰਿਹਾ ਆ। ਇੱਕ ਵਾਰੀ ਫਿਰ ਸੰਗਤਾਂ ਦਾ ਵੱਡਾ ਇਕੱਠ ਉਸ ਜਗ੍ਹਾ ਦੇ ਉੱਤੇ ਹੋਇਆ ਆ। 1 ਸਤੰਬਰ ਨੂੰ ਮਨਾਇਆ ਜਾਵੇਗਾ ਪ੍ਰਕਾਸ਼ ਦਿਹਾੜਾ। ਬੇਅਦਬੀ ਮਾਮਲੇ ਅਤੇ ਬਾਈਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਮਾਮਲਿਆਂ ਨੂੰ ਲੈ ਕੇ ਲਗਾਤਾਰ ਇਨਸਾਫ ਦੀ ਮੰਗ ਕਰ ਰਹੇ ਪੀੜਤ ਪਰਿਵਾਰਾਂ ਵੱਲੋਂ ਬਾਈਬਲ ਕਲਾਂ ਵਿੱਚ ਪਿਛਲੇ 7 ਮਹੀਨਿਆਂ ਤੋਂ ਇਨਸਾਫ ਦੇ ਲਈ ਮੰਗ ਕੀਤੀ ਜਾ ਰਹੀ ਹੈ। ਇਨਸਾਫ ਮੋਰਚਾ ਲਗਾਇਆ ਹੋਇਆ ਹੈ। ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਅਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਇਨਸਾਫ ਮੋਰਚਾ 'ਚ ਪਹੁੰਚ ਕੇ 6 ਮਹੀਨੇ ਦੇ ਸਮੇਂ ਦੀ ਮੰਗ ਕੀਤੀ ਸੀ, ਪਰ ਸੰਗਤਾਂ ਵੱਲੋਂ
ਹੋਰ ਸਮਾਂ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਸੰਗਤ ਦੇ ਇਕੱਠ 'ਚ ਸਰਕਾਰ ਨੂੰ 15 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ ਕਿ ਸਰਕਾਰ ਕਿਸੇ ਨਤੀਜੇ ਤੇ ਪੁੱਜੇ, ਪਰ ਇਨ੍ਹਾਂ 15 ਦਿਨਾਂ ਅੰਦਰ ਸਰਕਾਰ ਦਾ ਕੋਈ ਵੀ ਨੁਮਾਇੰਦਾ ਮੋਰਚੇ 'ਚ ਨਹੀਂ ਪੁੱਜਾ, ਜਿਸ ਤੋਂ ਬਾਅਦ ਬਾਈਬਲ ਕਲਾਂ ਵਿਖੇ ਅੱਜ ਫਿਰ ਸਿੱਖ ਜਥੇਬੰਦੀਆਂ ਦਾ ਇਕੱਠ ਹੋਇਆ। ਤਾਂ ਦੱਸ ਦਈਏ ਕਿ ਇੱਥੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ ਤੋਂ ਬਿਨਾਂ ਕਾਂਗਰਸੀ ਆਗੂ ਸੁਖਪਾਲ ਖਹਿਰਾ ਵੀ ਆਪਣੇ ਸਾਥੀਆਂ ਨਾਲ ਪੁੱਜੇ ਅਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਵੀ ਪੁੱਜੇ। ਕੋਈ ਸ਼ਵਾਸਨ ਨਹੀਂ ਦੇ ਸਕਿਆ। ਦੇਖੋ ਸਾਰਾ ਜਿਹੜੀ ਕਾਰਵਾਈ ਉਹ ਚੱਲ ਰਹੀ ਹੈ, ਠੀਕ ਹੈ ਜੀ, ਕੋਰਟ ਮੋਨੀਟਰਡ ਕਾਰਵਾਈ ਹੈ, ਸੋ ਉਹਦੇ 'ਚ ਕੋਈ ਆਪਾਂ ਨੂੰ ਕੋਈ ਸ਼ੰਕਾ ਕਰਨ ਦੀ ਲੋੜ ਨਹੀਂ, ਗੁਰੂ ਸਾਹਿਬ ਮਿਹਰ ਕਰਨਗੇ। ਸਰ ਕੋਈ ਵੀ ਨੁਮਾਇੰਦਾ ਇਹਨਾਂ 15 ਦਿਨਾਂ ਵਿੱਚ ਆ ਕੇ ਤੁਹਾਡੇ ਨਾਲ ਗੱਲਬਾਤ ਨਹੀਂ ਕੀਤੀ ਸਰਕਾਰ ਦੇ ਨੇ, ਹੁਣ ਕੀ ਨਵਾਂ ਵੱਖਰਾ ਜਿਹੜਾ ਆਪਾਂ ਪ੍ਰੋਗਰਾਮ ਭਾਈ ਅਸੀਂ ਉਸ ਦਿਨ ਵੀ ਐਲਾਨ ਕੀਤਾ ਸੀ ਕਿ ਸਾਡੀ ਲੜਾਈ ਹੈ ਜਿਹੜੀ ਸਰਕਾਰ ਦੇ ਨਾਲ, ਉਹ ਸਿਸਟਮ ਦੇ ਨਾਲ ਆ ਜਿਸ 'ਚੋਂ ਸਰਕਾਰਾਂ ਨਿਕਲੀਆਂ। ਅਸੀਂ ਆਪਦਾ ਪੰਥ ਦਾ ਕਾਰਜ ਕਰਾਂਗੇ, ਅਸੀਂ ਪੰਥ ਵਰਸਸ ਸਟੇਟ ਹੋ ਕੇ ਚੱਲਾਂਗੇ। ਅਸੀਂ ਆਪਦੇ ਪੰਥ ਦੇ ਜਿੰਨੇ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਆ ਸਾਰਿਆਂ ਨੂੰ ਨਾਲ ਲੈ ਕੇ ਅੱਗੇ ਜਿਹੜੇ ਪੰਥ ਦੇ ਪ੍ਰੋਗਰਾਮ ਅਸੀਂ ਉਹ ਕਰਾਂਗੇ। ਸਰਕਾਰ ਨੂੰ ਇਹ ਕਿਹਾ ਹੋਇਆ ਉਹ ਆਪਦਾ ਕੰਮ ਕਰੇ। ਅੱਜ ਅਸੀਂ ਚੇਤਾਵਨੀ ਰੂਪ 'ਚ ਵੀ ਕਿਹਾ, ਹੁਣ ਵੀ ਕਹਿੰਦੇ ਆ, ਤੁਹਾਡੇ ਮਾਧਿਅਮ ਰਾਹੀਂ ਵੀ ਕਹਿੰਦੇ ਆ, ਸਰਕਾਰ ਇਸ ਮਸਲੇ ਦਾ ਜਿੰਨੀ ਜਲਦੀ ਹੱਲ ਕਰ ਸਕਦੀ ਹੈ ਹੱਲ ਕਰੇ। ਨਹੀਂ ਇਹ ਤਾਂ ਹੈ ਨਹੀਂ ਆ ਵੀ ਲੋਕ ਵੋਟਾਂ ਕਰਕੇ ਇਹਨਾਂ ਨੂੰ ਸਜ਼ਾ ਦੇਣਗੇ, ਉਦੋਂ ਪਹਿਲਾਂ ਵੀ ਸਜ਼ਾ ਦਿੱਤੀ ਜਾ ਸਕਦੀ ਹੈ। 2 ਵਾਰੀ ਵੱਡੇ ਜਥੇਬੰਦੀਆਂ ਦੇ ਜਿਹੜੇ ਵੱਡੇ ਇਕੱਠ ਕੀਤੇ ਗਏ, ਅੱਜ ਵੀ ਕੀਤਾ ਗਿਆ, ਇਸ ਤੋਂ 15 ਦਿਨ ਪਹਿਲਾਂ ਵੀ ਕੀਤਾ ਗਿਆ ਸੀ, ਔਰ ਸਰਕਾਰ ਦੇ ਨੁਮਾਇੰਦੇ ਜਿਹੜੇ 6 ਮਹੀਨੇ ਦਾ ਸਮਾਂ ਜਿਹੜਾ ਲਗਾਤਾਰ ਮੰਗ ਰਹੇ ਸੀ। ਕੀ ਹੁਣ ਅਗਲਾ ਜਿਹੜਾ ਪ੍ਰੋਗਰਾਮ ਹੈ ਜਿਹੜਾ ਤੈਅ ਕੀਤਾ ਜਿਸ ਵਿੱਚ ਤੁਸੀਂ ਕਹਿ ਰਹੇ ਹੋ ਕਿ 1 ਤਰੀਕ ਨੂੰ ਵੱਡਾ ਪ੍ਰੋਗਰਾਮ? ਬਿਲਕੁਲ ਅਸੀਂ ਇਸ ਦੇ ਵਿੱਚ ਜਿੰਨੇ ਜਥੇਬੰਦੀਆਂ ਦੇ ਦੇਖੋ, ਜਿਹੜੇ ਪਿਛਲਾਂ ਦੇ ਆਏ ਸੀ ਉਹਨਾਂ ਨਾਲ ਵੀ ਸਾਡੀ ਗੱਲ ਹੋਈ ਆ, ਜਿਹੜੇ ਹੁਣ ਆਏ ਆ, ਜਿਹੜੇ ਪਿਛਲੀ ਵਾਰੀ ਨਹੀਂ ਆਏ ਸੀ, ਨਵੇਂ ਆਏ ਆ, ਅਸੀਂ ਸਾਰਿਆਂ ਦੀ ਇੱਕ ਸਾਂਝੀ ਮੀਟਿੰਗ ਵੀ ਬਣਾਵਾਂਗੇ, ਬੁਲਾ ਕੇ ਫਿਰ ਇੱਕ ਵੱਡਾ ਫੈਸਲਾ ਜਿਹੜਾ ਇੱਥੋਂ ਕਿਸ ਤਰ੍ਹਾਂ ਦਾ ਪ੍ਰੋਟੈਸਟ ਹੋਣਾ ਚਾਹੀਦਾ ਉਹ ਅਸੀਂ ਸਾਰਿਆਂ ਦੇ ਰਾਏ ਮਸ਼ਵਰਾ, ਕਿਉਂਕਿ ਸੰਗਤ ਰੂਪੀ ਗੱਲ ਆ ਤਾਂ ਫਿਰ ਸੰਗਤ ਰੂਪੀ ਹੋਣੀ ਚਾਹੀਦੀ ਹੈ। 1 ਸਤੰਬਰ ਨੂੰ ਕੀ ਪ੍ਰੋਗਰਾਮ ਹੋਵੇਗਾ? 1 ਸਤੰਬਰ ਨੂੰ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ, ਸਾਡੇ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ, ਅਸੀਂ ਸ਼ਰਧਾ ਨਾਲ ਧੂਮਧਾਮ ਨਾਲ ਮਨਾਵਾਂਗੇ। ਇਸੇ ਸਥਾਨ ਤੇ ਮਨਾਇਆ ਜਾਊਗਾ। ਸੰਗਤ ਨੂੰ ਕੋਈ ਅਪੀਲ ਕਰਨਾ ਚਾਹੀਦਾ? ਸੰਗਤ ਨੂੰ ਇਹੀ ਅਪੀਲ ਆ ਕਿ ਵੱਧ ਤੋਂ ਵੱਧ ਸਹਿਯੋਗ ਕਰੋ। ਸਾਡੇ ਏਕੇ ਦੀ ਗੱਲ ਆ। ਹੁਣ ਗੱਲ ਇੱਥੇ ਨਹੀਂ ਰੁਕਦੀ ਹੈਗੀ ਕਿ ਬਈ ਅਸੀਂ ਮਤਲਬ ਕੱਲਾ ਮੋਰਚਾ ਲਾ ਕੇ ਕਹੀਏ ਬਈ ਮੋਰਚਾ ਲੱਗਿਆ, ਟਾਈਮ ਦਿੱਤਾ, ਟਾਈਮ ਨਹੀਂ ਆ। ਅਸੀਂ ਆਪਦਾ ਏਕਾ ਇੰਨਾ ਕੁ ਕਰੀਏ ਕਿ ਸਰਕਾਰ ਇਸ ਗੱਲ ਦੇ ਲਈ ਮਜਬੂਰ ਹੋ ਜਾਏ ਕਿ ਇਹਨਾਂ ਦਾ ਇੰਨਾ ਏਕਾ ਹੋ ਗਿਆ ਕਿ ਕੱਲ ਨੂੰ ਸਾਡੇ ਵਿੱਚ ਆਉਣ ਤੋਂ ਵੀ ਉਹ ਝਿਜਕਣ, ਸਾਡੇ ਪਿੰਡਾਂ ਦੇ ਵਿੱਚ ਵੜਨ ਤੋਂ ਵੀ ਉਹ ਝਿਜਕਣ। ਜਦੋਂ ਹਰ ਇੱਕ ਜਿਹੜੀ ਅੱਜ ਅਸੀਂ ਉਹ ਕਿਤਾਬ ਦਿੱਤੀ ਆ ਉਹਦੇ ਵਿੱਚ ਬਹੁਤ ਸਾਰੇ ਸਵਾਲ ਹੈ ਜਿਹੜੇ ਇਹਨਾਂ ਸਰਕਾਰਾਂ ਤੇ ਇਸ ਸਿਸਟਮ ਤੇ ਖੜੇ ਹੁੰਦੇ ਆ। ਵੱਖ-ਵੱਖ ਬੁਲਾਰੇ ਜਿਹੜੇ ਬੋਲਦੇ ਆ ਉਹੀ ਗੱਲ ਕਰਦੇ ਸੀ ਕਿ ਜਿਹੜੇ ਸਾਡੇ ਆਪਸੀ ਵਖਰੇਵੇਂ ਆ ਉਹਨਾਂ ਨੂੰ ਦੂਰ ਕੀਤਾ ਜਾਵੇ। ਬਿਲਕੁਲ ਇਹੀ ਸਾਡਾ ਮਕਸਦ ਵੀ ਆ। ਸਾਡਾ ਏਕਾ ਹੋਣਾ ਬਹੁਤ ਲਾਜ਼ਮੀ ਆ, ਕਿਉਂਕਿ ਹਰ ਇੱਕ ਸਿੱਖ ਹੈ ਜਿਹੜਾ ਉਹ ਗੁਰੂ ਸਾਹਿਬ ਦੀ ਬੇਅਦਬੀ ਤੋਂ ਚਿੰਤਤ ਆ, ਮਤਲਬ ਦੁੱਖ 'ਚ ਹੈ। ਤਾਂ ਹਰ ਇੱਕ ਸਿੱਖ ਦਾ ਫਰਜ਼ ਆ ਕਿ ਅਸੀਂ ਉਸ ਦੁੱਖ ਨੂੰ ਜੇ ਇਕੱਠੇ ਹੋ ਕੇ ਵੰਡਾਵਾਂਗੇ ਤਾਂ ਜਿਹੜਾ ਘਟੂਗਾ ਵੀ ਤੇ ਸਾਨੂੰ ਜਿਹੜਾ ਇਨਸਾਫ ਆ ਉਹ ਜਲਦੀ ਮਿਲੇਗਾ। ਧੰਨਵਾਦ। ਦੱਸ ਦਿਓ ਤਿਆਰ ਹੈ? ਹਾਂਜੀ ਜੀ ਸਰ। ਬੜੇ ਅਫਸੋਸ ਦੀ ਗੱਲ ਹੈ ਜੀ ਕਿ 7 ਸਾਲ ਤੋਂ ਜ਼ਿਆਦਾ ਸਮਾਂ ਬੀਤ ਗਿਆ ਵਾ ਤੇ ਅੱਜ ਵੀ ਲੋਕਾਂ ਨੂੰ ਪੁੰਜੇ ਬਹਿ ਕੇ ਇਨਸਾਫ ਮੰਗਣਾ ਪੈ ਰਿਹਾ ਵਾ। ਕਈ ਸਰਕਾਰਾਂ ਬਦਲ ਗਈਆਂ ਔਰ ਮੈਂ ਸਮਝਦਾ ਵਾਂ ਕਿ ਇਹ ਜਦੋਜਹਿਦ ਜਾਰੀ ਰਹਿ ਗਈ, ਕਿਉਂਕਿ ਪੰਜਾਬ ਜਾਂ ਜਿਹੜੇ ਆਪਣੀ ਕੌਮ ਦੇ ਲੋਕ ਨੇ ਇਹਨਾਂ ਨਾਲ ਪਹਿਲੀ ਵਾਰੀ ਜ਼ਿਆਦਤੀ ਨਹੀਂ ਹੋਈ। ਇਹ ਸਾਡੇ ਨਾਲ ਦਹਾਕਿਆਂ ਬੱਧੀ ਬਲਕਿ ਸਦੀਆਂ ਤੋਂ ਜ਼ੁਲਮ ਹੁੰਦਾ ਰਿਹਾ ਵਾ ਔਰ ਮੈਂ ਇਹਨਾਂ ਦੇ ਜਜ਼ਬੇ ਨੂੰ, ਆਪਣੇ ਕੌਮੀ ਜਜ਼ਬੇ ਨੂੰ ਸਲਾਮ ਸਲੂਟ ਕਰਦਾ ਕਿ ਇਹ ਇਨਸਾਫ ਦੀ ਲੜਾਈ ਕਦੀ ਛੱਡਦੇ ਨਹੀਂ ਗੇ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ, ਬਾਈਬਲ ਕਲਾਂ ਦੀ ਕਦੀ ਇਨਸਾਫ ਦੀ ਲੜਾਈ ਛੱਡੀ ਨਹੀਂ ਜਾਵੇਗੀ ਔਰ ਇਹਨੂੰ ਅੰਤ ਤੱਕ ਲਿਆ ਜਾਵੇਗਾ। ਹਾਂ, ਇਸ ਦੇ ਵਿੱਚ ਪਰਖ ਹੋ ਰਹੀ ਸਾਰਿਆਂ ਦੀ, ਜਿਹੜੇ ਫਰਜ਼ੀ ਬੰਦੇ ਸੀਗੇ, ਜਿਹੜੇ ਪਹਿਲਾਂ ਇੱਥੇ ਆਉਂਦੇ ਸੀਗੇ, ਗੱਲਾਂ ਕਰਦੇ ਸੀਗੇ, ਉਹਨਾਂ ਦੀ ਪਰਖ ਹੋ ਰਹੀ ਆ। ਔਰ ਪਿਛਲੀ ਸਰਕਾਰ ਅਗਰ ਜਾਂਦੀ ਆ ਕਾਂਗਰਸ, ਉਹਦੇ 'ਚ ਬਹੁਤ ਵੱਡਾ ਇੱਕ ਕਾਰਨ ਬੇਅਦਬੀਆਂ ਦਾ ਪੁਖਤਾ ਇਨਸਾਫ ਨਾ ਦੇਣਾ ਸੀ। ਔਰ ਮੈਂ ਸਮਝਦਾ ਕਿ ਹੁਣ ਜਿਹੜੀ ਸਰਕਾਰ ਬਣੀ ਆ, ਇਹਨੂੰ 5 ਮਹੀਨੇ ਹੋ ਗਏ ਨੇ, ਇਹਨਾਂ ਨੇ ਵੀ ਜਿਹੜਾ ਵਾ ਇਹਦੇ 'ਚ, ਹਾਲਾਂਕਿ ਇਹਨਾਂ ਦਾ ਆਪਣਾ MLA ਕੁੰਵਰ ਵਿਜੇ ਪ੍ਰਤਾਪ ਸਿੰਘ, ਉਹ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਸਮਾਂ ਮੰਗਦਾ, ਉਹਨੂੰ ਸਮਾਂ ਨਹੀਂ ਦਿੰਦੇ। ਜਿਹੜੀ ਉਹਦੀ SIT ਬਣਾਈ ਗਈ ਸੀ ਜਦੋਂ ਪਿਛਲੀ ਸਰਕਾਰ ਵੱਲੋਂ, ਜਿਹੜੇ ਉਹਦੇ ਨਾਲ ਹੋਰ SIT ਦੇ ਮੈਂਬਰ ਸੀਗੇ, ਜਿਨ੍ਹਾਂ ਨੇ ਬਿਲਕੁਲ ਪਹਿਲੇ ਦਿਨ ਤੋਂ ਕਹਿਤਾ ਕਿ ਅਸੀਂ ਕੋਆਪਰੇਟ ਨਹੀਂ ਕਰਾਂਗੇ, ਉਹਨਾਂ ਨੇ ਕੋਈ ਹਿੱਸਾ ਨਹੀਂ ਪਾਇਆ, ਕੋਈ ਯੋਗਦਾਨ ਨਹੀਂ ਪਾਇਆ ਇਨਸਾਫ ਦੀ ਲੜਾਈ ਵਿੱਚ। ਉਹਨਾਂ ਨੂੰ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਿਹਤਰੀਨ ਪੋਜੀਸ਼ਨਸ, ਇੰਟੈਲੀਜੈਂਸ ਦਾ ਚੀਫ, ਕਿਸੇ ਨੂੰ ਕਮਿਸ਼ਨਰ ਵੱਡੇ ਸ਼ਹਿਰਾਂ ਦਾ, ਇੱਥੋਂ ਉਹਨਾਂ ਦੀ ਨੀਅਤ ਸਾਫ਼ ਆਉਂਦੀ ਆ। ਔਰ ਮੈਂ ਸਮਝਦਾ ਕਿ ਇਹ ਸਰਕਾਰ ਸਿਰਫ ਇਸ ਨੂੰ ਅੱਖੀਂ ਘੱਟਾ ਪਾ ਰਹੀ ਆ। ਮੇਰਾ ਇਹ ਮੰਨਣਾ ਕਿ ਜਦ ਤੱਕ ਜਿਹੜੇ ਸਹੀ ਗੁਨਾਹਗਾਰ ਬੰਦੇ ਹੁੰਦੇ ਨਾ ਜੀ, ਦੇਖੋ ਜ਼ਿੰਦਗੀ ਦੇ ਵਿੱਚ ਕੀ ਹੁੰਦਾ ਵਾ ਕਿ ਪੰਜਾਬ ਵਰਗੀ ਸਟੇਟ, ਤੁਹਾਡਾ ਕੀ ਖਿਆਲ ਹੈ ਕਿ ਕਿਸੇ ਹੌਲਦਾਰ, ਥਾਣੇਦਾਰ, ਕਿਸੇ DSP ਨੇ ਗੋਲੀ ਚਲਾ ਕੇ ਮਾਰ ਦਿੱਤੇ ਨੇ? ਇਹਦੀਆਂ ਇਨਸਟਰਕਸ਼ਨਸ ਰਾਈਟ ਫਰਮ ਚੰਡੀਗੜ੍ਹ ਆਉਂਦੀਆਂ ਨੇ। ਮੈਨੂੰ ਅੱਛੀ ਤਰ੍ਹਾਂ ਯਾਦ ਹੈ ਵਿਧਾਨ ਸਭਾ ਦੇ ਵਿੱਚ ਬਾਦਲ ਸਾਹਿਬ ਵੱਡਿਆਂ ਨੇ ਕਿਹਾ ਸੀਗਾ ਕਿ ਮੈਂ ਤਾਂ ਕੀੜੀ ਵੀ ਦੇਖਦਾ ਵਾਂ ਪੰਜਾਬ ਦੇ ਵਿੱਚ ਅਗਰ ਜਾਂਦੀ ਆ। ਇਸ ਲਈ ਉਸ ਵਕਤ ਦੀ ਸਰਕਾਰ, ਜਿਹੜੀ ਉਸ ਵਕਤ ਅਖੌਤੀ ਅਕਾਲੀ ਸੀਗੇ,
ਇਹ ਉਹਨਾਂ ਦਾ ਬਹੁਤ ਵੱਡਾ ਇਹਦੇ 'ਚ ਗੁਨਾਹ ਵਾ। ਸੁਮੇਧ ਸਿੰਘ ਸੈਣੀ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਇੱਕ ਐਫੀਡੇਵਿਟ ਫਾਈਲ ਕੀਤਾ ਸੀਗਾ ਕਿ ਮੈਨੂੰ 2015 ਦੀ 14 ਅਕਤੂਬਰ ਤੜਕੇ 2 ਵਜੇ ਫੋਨ ਚੀਫ ਮਿਨਿਸਟਰ ਦਾ ਆਇਆ। ਉਦੋਂ ਹੀ ਕੋਟਕਪੂਰੇ ਲਾਠੀ ਚਾਰਜ ਗੋਲੀ ਚੱਲਦੀ ਹੈ, ਅਜੀਤ ਸਿੰਘ ਦੇ ਚੂਲੇ 'ਚ ਵੱਜਦੀ ਹੈ, ਕੋਈ FIR ਨਹੀਂ। ਉਦੋਂ ਹੀ ਬਾਈਬਲ ਕਲਾਂ ਦੇ ਵਿੱਚ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਦਾ ਕਤਲ ਕੀਤਾ ਜਾਂਦਾ। ਇਸ ਲਈ ਮੇਰਾ ਇਹ ਮੰਨਣਾ ਵਾ ਕਿ ਇਹ ਲੜਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਜਿਹੜੇ ਅਸਲ ਗੁਨਾਹਗਾਰ ਜਿਹੜੇ ਚਾਹੇ ਉਹ ਸਾਜ਼ਿਸ਼ ਵਿੱਚ ਹੋਣ, ਜਿਨ੍ਹਾਂ ਨੇ ਵੋਟਾਂ ਦੀ ਖਾਤਰ ਸਾਜ਼ਿਸ਼ਾਂ ਰਚੀਆਂ, ਜਿਨ੍ਹਾਂ ਨੇ ਡੇਰੇ ਸੱਚੇ ਸੌਦੇ ਨਾਲ ਸਮਝੌਤਾ ਕਰਕੇ ਆਪਣੀ ਕੌਮ ਨੂੰ ਵੇਚਿਆ, ਜਦ ਤੱਕ ਉਹ ਲੋਕ ਨਹੀਂ ਫੜੇ ਜਾਣਗੇ। ਉਹਦੇ ਵਿੱਚ ਸਭ ਤੋਂ ਵੱਡੀ ਗੱਲ ਜੇ ਮੈਂ ਕਹਾਂ ਕਿ ਉਸ ਵਕਤ ਦੇ ਚੀਫ ਮਿਨਿਸਟਰ ਔਰ ਸੁਖਬੀਰ ਸਿੰਘ ਬਾਦਲ ਇਸ ਲਈ ਕਿਉਂਕਿ ਉਹ ਡੀਫੈਕਟੋ ਚੀਫ ਮਿਨਿਸਟਰ ਸੀਗੇ, ਉਹਨਾਂ ਤੋਂ ਬਗੈਰ ਪੱਤਾ ਨਹੀਂ ਸੀ ਹਿਲਦਾ ਪੰਜਾਬ ਦੇ ਵਿੱਚ। ਉਸ ਵਕਤ ਦਾ DGP ਸੁਮੇਧ ਸਿੰਘ ਸੈਣੀ ਤੇ ਜਿਹੜੇ ਕਰਕੇ ਸਾਰੀਆਂ ਬੇਅਦਬੀਆਂ ਹੋਈਆਂ ਡੇਰਾ ਸੱਚਾ ਸੌਦਾ ਦਾ ਸਾਥ, ਇਹ 4 ਵਿਅਕਤੀ unless they are nominated, they are brought to justice. This fight for justice for Guru Granth Sahib Bedbis and Bible Kalam will not end। और अगर ਇਹਦਾ ਪਿਛੋਕੜ ਝਾਤ ਮਾਰੋ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਦੀ ਪੁਸ਼ਾਕ ਪਾ ਕੇ ਤੁਲਨਾ ਕੀਤੀ ਸੀ ਡੇਰਾ ਸੱਚਾ ਸੌਦਾ ਦੇ ਸਾਧ ਨਾਲ, ਔਰ ਕਿਸ ਤਰ੍ਹਾਂ 2012 ਚ 295 ਸੈਕਸ਼ਨ A ਦੇ ਥੱਲੇ ਉਹਦੇ ਤੇ ਚਲਾਨ ਪੇਸ਼ ਹੋ ਗਿਆ ਸੈਸ਼ਨ ਕੋਰਟ ਦੀ ਅਦਾਲਤ ਵਿੱਚ। ਐਨ ਇਲੈਕਸ਼ਨ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਹੋਮ ਡਿਪਾਰਟਮੈਂਟ ਇਹਨਾਂ ਦੇ ਕੋਲ ਸੀਗਾ, ਇਹਨਾਂ ਨੇ ਉਹ ਚਲਾਨ ਵਾਪਸ ਲਿਆ, ਉਸ ਨੂੰ ਇੱਕ ਸੇਫ ਪੈਸੇਜ ਦਿੱਤਾ। ਫਿਰ ਅਕਾਲ ਤਖਤ ਸਾਹਿਬ ਦੇ ਦੁਰਉਪਯੋਗ ਕਰਕੇ ਉਹਨੂੰ ਇੱਕ ਫਰਜ਼ੀ ਮਾਫੀਨਾਮਾ ਦਵਾਇਆ ਗਿਆ, ਫਿਰ ਉਸ ਫਰਜ਼ੀ ਮਾਫੀਨਾਮੇ ਨੂੰ ਪ੍ਰਚਾਰਿਆ ਗਿਆ। ਇਹ ਸਾਰਾ ਕੁਝ ਦੱਸਦਾ ਵਾ ਕਿ ਇਹ ਸਾਰਾ ਕੁਝ ਵੋਟ ਬੈਂਕ ਪੋਲਿਟਿਕਸ ਦੇ ਕਰਕੇ ਹੋਇਆ ਵਾ। ਔਰ ਜਦੋਂ ਪਹਿਲੇ ਦਿਨ ਬੁਰਜ ਜਵਾਹਰ ਸਿੰਘ ਵਾਲੇ ਹੋਈਆਂ, ਜਿਹੜੇ ਆਦਮੀ ਜਿਹੜਾ ਉਹ ਦੁਕਾਨਦਾਰ ਬਾਅਦ 'ਚ ਕਤਲ ਹੋ ਗਿਆ ਸੀਗਾ ਡੇਰਾ ਪ੍ਰੇਮੀ, ਉਸ ਨੂੰ ਇੱਥੋਂ ਦੇ ਲੋਕਲ SGPC ਦੇ ਮੈਂਬਰ ਛੁਡਾ ਕੇ ਲੈ ਜਾਂਦੇ ਨੇ। ਇਹ ਬਹੁਤ ਲੰਬੀ ਇੱਕ ਕੜੀ ਹੈਗੀ ਆ, ਬਟ ਇਹਦੇ 'ਚ ਲੈਟ ਮੀ ਟੈਲ ਯੂ ਵਨ ਥਿੰਗ, ਜਿਹੜਾ ਮੇਨ ਕਾਜ਼ ਇਜ਼ ਅਲਟੀਮੇਟਲੀ ਇਟ ਵਾਜ਼ ਪਿਓਰਲੀ ਪੋਲੀਟੀਕਲੀ ਮੋਟੀਵੇਟਡ ਰੀਜ਼ਨਸ ਕਿ ਕਿਸੇ ਤਰੀਕੇ ਨਾਲ ਅਸੀਂ ਵੀ ਸਿੱਖ ਤਾਂ ਸਾਡੇ ਗੁਲਾਮ ਹੈਗੇ ਹੀ ਆ ਤੇ ਡੇਰੇ ਵਾਲਿਆਂ ਦੀ ਵੋਟ ਵੀ ਲੈ ਲਈ ਆ। ਇੱਥੋਂ ਕਹਾਣੀ ਜਿਹੜੀ ਆ ਸ਼ੁਰੂ ਹੁੰਦੀ ਆ, ਫਿਰ ਫਿਲਮ ਦਾ ਰੋਲ ਆਉਂਦਾ, ਮੈਸੇਂਜਰ ਆਫ ਗੋਡ ਐਟਸੈਟਰਾ, ਮਾਫੀਆ, ਅਕਾਲ ਤਖਤ। ਇਹ ਜਿਹੜਾ ਅੱਜ ਅਸੀਂ ਲੜਾਈ, ਤੁਸੀਂ ਲੜਾਈ ਲੜ ਰਹੇ ਹੋ, ਇਹ ਸਾਡਾ ਕੰਮ ਥੋੜ੍ਹਾ ਸੀਗਾ, ਇਹ ਤਾਂ ਅਕਾਲੀ ਦਲ ਦਾ ਕੰਮ ਸੀਗਾ, ਇਹ SGPC ਦਾ ਕੰਮ ਸੀਗਾ, ਇਹ ਅਕਾਲ ਤਖਤ ਦੇ ਜਥੇਦਾਰ ਦਾ ਕੰਮ ਸੀਗਾ, ਜਿਹੜੇ ਰੋਜ਼ ਕਹਿੰਦੇ ਨੇ ਅਸੀਂ ਬੇਅਦਬੀਆਂ ਨਹੀਂ ਕੀਤੀਆਂ। ਫਿਰ ਅੱਜ ਇਸ ਕੱਟ 'ਚ ਕਿਉਂ ਨਹੀਂ ਆਉਂਦੇ? ਸੁਖਬੀਰ ਸਿੰਘ ਬਾਦਲ ਨੂੰ ਪੁੱਛਣਾ ਚਾਹੁੰਦਾ, ਬਿਕਰਮ ਮਜੀਠੀਆ ਨੂੰ ਪੁੱਛਣਾ ਚਾਹੁੰਦਾ, ਹਰਸਿਮਰਤ ਕੌਰ ਬਾਦਲ ਨੂੰ ਪੁੱਛਣਾ ਚਾਹੁੰਦਾ, ਜਾਂ ਜਿਹੜੇ ਹੋਰ ਕਹਿੰਦੇ ਕਿ ਸਾਡਾ ਕੋਈ ਰੋਲ ਨਹੀਂਗਾ, ਫਿਰ ਇੱਥੇ ਆਓ ਨਾ, ਇੱਥੇ ਆਣ ਕੇ ਬੈਠੋ, ਭੁੰਜੇ ਇਹਨਾਂ ਦੇ ਨਾਲ ਮਦਦ ਕਰੋ। ਸੁਖਰਾਜ ਸਿੰਘ ਬੈਠਾ ਪਿਛਲੇ ਕਾਫੀ ਅਰਸੇ ਤੋਂ ਧਰਨੇ ਤੇ, ਫਿਰ ਇਹਦਾ ਸਾਥ ਦਿਓ। ਜਦੋਂ ਤੁਸੀਂ ਨਹੀਂ ਆਉਂਦੇ, ਇਟਸ ਅੰਡਰਸਟੂਡ ਕਿ ਤੁਸੀਂ ਜਿਹੜੇ ਅੰਦਰੋਂ ਦਿਲੋਂ ਤੁਸੀਂ ਚੋਰ ਹੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਅਗਸਤ ਨੂੰ ਪੰਜਾਬ ਆ ਰਹੇ ਨੇ। ਤਾਂ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਅਗਸਤ ਨੂੰ ਪੰਜਾਬ ਆਉਣਗੇ। ਪ੍ਰਧਾਨ ਮੰਤਰੀ ਮੋਦੀ 24 ਅਗਸਤ ਨੂੰ ਪੰਜਾਬ ਆ ਕੇ ਇੱਥੇ ਹੋਮੀ ਭਾਂਬਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦਾ ਉਦਘਾਟਨ ਕਰਨਗੇ। ਇਹ ਹਸਪਤਾਲ ਅਤੇ ਖੋਜ ਕੇਂਦਰ ਮੁੱਲਾਂਪੁਰ ਨਿਊ ਚੰਡੀਗੜ੍ਹ ਦੇ ਵਿੱਚ ਬਣਿਆ ਹੋਇਆ ਹੈ। ਇਸ ਕੇਂਦਰ ਨੂੰ ਕੈਂਸਰ ਦੇ ਕਿਫਾਇਤੀ ਇਲਾਜ ਲਈ ਸਥਾਪਿਤ ਕੀਤਾ ਜਾ ਰਿਹਾ, ਜੋ ਸਿਹਤ ਦੇ ਖੇਤਰ ਵਿੱਚ ਮੀਲ ਪੱਥਰ ਸਾਬਤ ਹੋਵੇਗਾ। ਗੁਆਂਢੀ ਸੂਬਿਆਂ ਦੇ ਕੈਂਸਰ ਮਰੀਜ਼ਾਂ ਲਈ ਵੀ ਇਹ ਕੇਂਦਰ ਵਰਦਾਨ ਸਾਬਤ ਹੋਵੇਗਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਵਿਧਾਨ ਸਭਾ ਚੋਣਾਂ ਦੌਰਾਨ ਪ੍ਰਚਾਰ ਲਈ ਪੰਜਾਬ ਆਏ ਸਨ। ਇੱਕ ਹੋਰ ਵੱਡੀ ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਮਾਂ ਵੱਲੋਂ ਆਪਣੇ ਧੀ ਅਤੇ ਪੁੱਤ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਪਹਿਲਾਂ 9ਵੀਂ 'ਚ ਪੜ੍ਹਦੇ ਆਪਦੇ ਪੁੱਤ ਨੂੰ ਫਾਹਾ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਬਾਅਦ ਵਿੱਚ ਆਪਣੀ 9 ਸਾਲਾਂ ਦੀ ਬੱਚੀ ਨੂੰ ਪਾਣੀ ਦੇ ਟੈਂਕ ਵਿੱਚ ਡੁਬੋ ਕੇ ਮਾਰ ਦਿੱਤਾ। ਗੱਲ ਇੱਥੇ ਹੀ ਨਹੀਂ ਰੁਕੀ, ਇਸ ਤੋਂ ਬਾਅਦ ਉਕਤ ਔਰਤ ਵੱਲੋਂ ਆਤਮ ਹੱਤਿਆ ਕਰ ਲਈ ਗਈ। ਦੱਸ ਦਈਏ ਕਿ ਇਸ ਘਟਨਾ ਵਿੱਚ ਲੜਕੀ ਦੀ ਮੌਤ ਹੋ ਗਈ ਹੈ, ਪਰੰਤੂ ਲੜਕੇ ਵੱਲੋਂ ਕਿਸੇ ਤਰੀਕੇ ਨਾਲ ਆਪਣਾ ਬਚਾਅ ਕਰ ਲਿਆ ਗਿਆ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਕੇ ਉਹਨਾਂ ਨੇ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਮਰਨ ਵਾਲੀ ਔਰਤ ਦੇ ਪਤੀ ਕੁਲਵਿੰਦਰ ਸਿੰਘ ਦਾ ਤੇ ਪੁੱਤ ਦਾ, ਜਿਹੜਾ ਕਿ ਜਿਸ ਨੂੰ ਉਹ ਮਾਰਨਾ ਚਾਹੁੰਦੀ ਸੀ, ਉਹਨਾਂ ਦਾ ਕੀ ਕਹਿਣਾ ਆ? ਨਵਰਾਜ ਸਿੰਘ ਕੀ ਹੋਇਆ ਸੀਗਾ ਕੱਲ? ਮੰਮੀ ਨੇ ਕੀ ਕੀਤਾ ਸੀਗਾ? ਮੰਮੀ ਨੇ ਜਾਨ ਨਾਲ ਮਾਰਨ ਦੀ ਕੋਸ਼ਿਸ਼ ਕੀਤੀ। ਠੀਕ ਹੈ ਜੀ। ਕੀ ਕਿੱਦਾਂ ਹੋਇਆ ਸੀਗਾ? ਭੈਣ ਨੂੰ, ਛੋਟੀ ਨੂੰ ਕੀ ਕੰਧ ਬੰਨਿਆ ਸੀਗਾ? ਰੱਸੀ ਨਾਲ ਉਹਦੇ ਹੱਥ ਬੰਨੇ ਸੀਗੇ। ਆਪਾਂ ਖੇਲਦੇ ਪਏ ਸੀ ਸਵੇਰੇ, ਤੇ ਖੇਲਦੇ ਨੂੰ ਲੈ ਕੇ ਕਹਿੰਦੇ ਆ ਜਾਓ ਉੱਪਰ ਜਾ ਕੇ ਖੇਲਦੇ ਆ। ਉੱਪਰ ਗਏ ਤਾਂ ਹੱਥ ਬੰਨ੍ਹ ਤੇ ਮੇਰੇ ਤੇ ਮੇਰੀ ਭੈਣ ਦੇ, ਤੇ ਮੇਰੇ ਅੱਖਾਂ ਤੇ ਪੱਟੀ ਬੰਨ੍ਹਦੇ ਤੇ ਕਹਿੰਦੇ ਇੰਨਾ ਝੋਟਾ ਖੇਡਣਾ। ਤੇ ਮੇਰੀ ਭੈਣ ਨੂੰ ਗੱਲਾਂ ਕਰਦੇ ਸੀ ਕਿ ਟੈਂਕੀ 'ਚ ਨਹਾਉਣਾ। ਮੇਰੀ ਭੈਣ ਦੇ ਹੱਥ ਬੰਨ੍ਹ ਕੇ ਉਹਨੂੰ ਟੈਂਕੀ 'ਚ ਸੁੱਟ ਦਿੱਤਾ। ਮੈਨੂੰ ਫਾਹਾ ਦੇਣ ਦੀ ਕੋਸ਼ਿਸ਼ ਕੀਤੀ।
ਪਰ ਮੈਂ ਜਦੋਂ ਮੈਨੂੰ ਫਾਹਾ ਦਿੱਤਾ ਮੈਂ ਜ਼ੋਰ ਲਾ ਕੇ ਆਪਣੀਆਂ ਰੱਸੀਆਂ ਤੋੜੀਆਂ ਅਤੇ ਫਿਰ ਮੈਂ ਉੱਪਰ ਚੜ੍ਹ ਕੇ ਫਾਹੇ ਦੀ ਗੱਠ ਖੋਲ੍ਹੀ ਅਤੇ ਫਿਰ ਮੈਂ ਆਪ ਬਚਿਆ। ਫਿਰ ਮੰਮੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਮੰਮੀ ਬਚੀ ਨਹੀਂ। ਪਰ ਮੈਂ ਆਪਣੀ ਭੈਣ ਕੋਲ ਗਿਆ ਤਾਂ ਭੈਣ ਮਰ ਚੁੱਕੀ ਸੀ। ਕਿਹੜੀ ਕਲਾਸ 'ਚ ਪੜ੍ਹਦੇ? ਮੈਂ 9ਵੀਂ 'ਚ। ਤੇ ਉਹ ਭੈਣ ਹੱਥ ਬੰਨੇ ਪਏ ਸੀ ਰੱਸੀ ਨਾਲ ਉਹਦੇ? ਹਾਂਜੀ। ਪਾਣੀ ਵਾਲੀ ਟੈਂਕੀ 'ਚ ਡੋਬਦਾ ਹੈਗਾ। ਭਾਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਕੁਲਵਿੰਦਰ। ਕਿੱਥੇ ਦੇ ਰਹਿਣ ਵਾਲੇ ਹੋ? ਮਿਰਜ਼ਾਪੁਰ। ਹਾਂਜੀ, ਮਿਰਜ਼ਾਪੁਰ। ਇਹ ਮਹੱਲਾ ਕਿਹੜਾ ਹੈ? ਮਿਰਜ਼ਾਪੁਰ ਇੱਥੇ ਟਾਂਡਾ ਏਰੀਆ 'ਚ ਪੈਂਦਾ। ਅੱਛਾ ਜੀ, ਤੇ ਕੀ ਗੱਲਬਾਤ ਹੋਈ ਸੀਗੀ ਜੀ? ਉਹ ਡਿਪਰੈਸ਼ਨ ਦੀ ਮਰੀਜ਼ ਸੀ ਵਿਦਿਆ। ਠੀਕ ਹੈ ਜੀ। ਤੋ ਜਿੱਦਾਂ ਅਟੈਕ ਹੁੰਦੇ ਦੌਰਾ ਪੈਂਦੇ ਇੱਦਾਂ ਉਹਨੂੰ ਦੌਰੇ ਵਾਂਗੂ ਦੌਰਾ ਪਿਆ ਹੋਊਗਾ ਮੇਰੇ ਮਗਰੋਂ। ਮੈਂ ਕੰਮ ਤੇ ਸੀਗਾ ਤੇ ਪਹਿਲਾਂ ਉਹਨੇ ਕੁੜੀ ਦੇ ਹੱਥ ਬੰਨੇ, ਟੈਂਕੀ ਫੁੱਲ ਭਰ ਕੇ ਪਾਣੀ 20,000 ਲੀਟਰ ਦੀ, ਤੇ ਕੁੜੀ ਨੂੰ ਵਿੱਚ ਸਿੱਟਿਆ। ਤੋ ਫਿਰ ਆ ਮੁੰਡਾ ਮੇਰਾ ਇਹਦੇ ਕੋਲ ਪਹੁੰਚ ਗਈ। ਇਹਦੇ ਵੀ ਅੱਖਾਂ ਉੱਖਾਂ ਬੰਨੀਆਂ, ਕਹਿੰਦੀ ਆਪਾਂ ਅੰਨਾ ਝੋਟਾ ਖੇਲਣਾ। ਇਹਦੇ ਵੀ ਹੱਥ ਪਿੱਛੇ ਨੂੰ ਕਰਕੇ ਬੰਨੇ। ਤੋ ਇਹਦਾ ਵੀ ਨਾਲ ਇਹਦਾ ਵੀ ਫਾਹਾ ਟੰਗਿਆ ਸੀਗਾ, ਇਹਨੂੰ ਵੀ ਟੰਗ ਦਿੱਤਾ। ਤਾਂ ਬਾਅਦ ਵਿੱਚ ਉਹਨੇ ਆਪ ਜਿਹੜਾ ਇਹਨੂੰ ਟੰਗਿਆ ਨਾਲ ਹੀ ਉਹਨੇ ਆਪ ਫਾਹਾ ਲਿਆ ਤੇ ਇਹਨੇ ਆਪਣਾ ਜ਼ੋਰ ਲਾਇਆ ਹੱਥਾਂ ਤੇ ਤਾਂ ਇਹਦੀ ਰੱਸੀ ਟੁੱਟ ਗਈ। ਤੋ ਇਹਨੇ ਫਿਰ ਆਪਣੀ ਰੱਸੀ ਦੇ ਨਾਲ ਹੱਥ ਖੁੱਲ੍ਹ ਗਏ ਤਾਂ ਚੜ੍ਹ ਗਿਆ, ਆਪਣੀ ਰੱਸੀ ਨਾਲ ਖੋਲ੍ਹਿਆ ਫਾਹਾ ਰੱਸੀ ਦਾ ਆਪਣੇ ਗਲ 'ਚੋਂ ਤੇ ਇਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਇਹਨੇ। ਤੇ ਪਰ ਇਹ ਤਦ ਤੱਕ ਨੂੰ ਇਹਦੀ ਜਾਨ ਨਿਕਲਦੀ ਪਈ ਸੀ। ਕਹਿੰਦਾ ਦੱਸਦਾ ਪਿਆ ਸਾਰਾ ਕੁਝ ਜੋ ਇਹਨੇ ਦੇਖਿਆ। ਤੇ ਫਿਰ ਬਾਅਦ ਵਿੱਚ ਇਹਨੇ ਸੋਚਿਆ ਕਿ ਮੇਰੀ ਭੈਣ ਕਿੱਥੇ ਆ, ਵੀ ਇਹ ਉਹਨੂੰ ਲੈ ਕੇ ਗਈ ਕਿੱਥੇ ਸੀਗੀ। ਤਾਂ ਉਹ ਟੈਂਕੀ ਦੀਆਂ ਗੱਲਾਂ ਕਰਦੀ ਕਿ ਤੈਨੂੰ ਟੈਂਕੀ 'ਚ ਨਲਾਉਣਾ ਅੱਜ। ਤਾਂ ਫਿਰ ਇਹਨੇ ਟੈਂਕੀ 'ਚ ਦੇਖਿਆ ਤੇ ਕੁੜੀ ਵਿੱਚ ਮਰੀ ਪਈ ਸੀ। ਇੱਦਾਂ ਹੋ ਗਿਆ। ਉਹ ਡਿਪਰੈਸ਼ਨ ਦੀ ਮਰੀਜ਼ ਸੀ? ਡਿਪਰੈਸ਼ਨ ਦੀ ਮਰੀਜ਼ ਸੀ। ਕਿੰਨੇ ਚਿਰ ਤੋਂ ਡਿਪਰੈਸ਼ਨ ਦੀ ਮਰੀਜ਼ ਸੀ? ਉਹ ਘੱਟ ਤੋਂ ਘੱਟ 2-3 ਸਾਲ ਤੋਂ। ਦਵਾਈ ਵੀ ਚੱਲਦੀ ਸੀਗੀ? ਹਾਂਜੀ ਚੱਲਦੀ। ਤੇ ਆਪ ਕਿਸ ਚੀਜ਼ ਨਾਲ ਫਾਹਾ ਲਿਆ ਉਹਨਾਂ ਨੇ? ਰੱਸੀਆਂ ਨੇ ਦੋਨਾਂ ਨੇ, ਤਿੰਨਾਂ ਨੇ ਦੇ ਰੱਸੀਆਂ ਹੀ। ਮੁੰਡੇ ਦਾ ਬਚਾਅ ਹੋ ਗਿਆ ਨਾ ਜੀ? ਮੁੰਡਾ ਬਚ ਗਿਆ ਜੀ। ਠੀਕ। ਜਦੋਂ ਇਹ ਘਟਨਾ ਵਾਪਰਦੀ ਹੈ ਤਾਂ ਉਸ ਵਕਤ ਘਰ ਦੇ ਕਿੱਥੇ ਸੀਗੇ ਜੀ? ਬਾਕੀ ਤੁਸੀਂ ਕਿੱਥੇ? ਮੈਂ ਇਕੱਲੇ, ਮੈਂ ਇਹੀ ਸੀਗੇ, ਇਕੱਲੇ ਰਹਿੰਦੇ ਆਪਾਂ। ਤੋ ਮੈਂ ਫਾਰਮ ਤੇ ਕੰਮ ਕਰਦਾ, ਦਿਹਾੜੀ ਬੂਟੇ ਬਾਟੇ ਸਬਜ਼ੀਆਂ ਦਾ ਗੁੱਡਣੇ ਦਾ। ਹਾਂਜੀ ਉੱਥੇ ਸੀਗਾ ਫਾਰਮ ਤੇ। ਉੱਦਾਂ ਤੁਸੀਂ ਮਿਰਜ਼ਾਪੁਰ ਦੇ ਤੋਂ ਰਹਿੰਦੇ ਵੀ ਉੱਥੇ ਮਿਰਜ਼ਾਪੁਰ? ਹਾਂ ਇੱਥੇ ਰੈਂਟ ਤੇ ਰਹਿੰਦੇ ਸੀ ਆਪਾਂ। ਕਿਹੜੀ ਜਗ੍ਹਾ ਰਹਿੰਦੇ ਰੈਂਟ ਤੇ? ਪੂਰੀ ਹੀਰਾ ਰਹਿੰਦੇ। ਠੀਕ ਹੈ ਜੀ। ਤੇ ਹੁਣ 2 ਜਣਿਆਂ ਦੀ ਡੈਥ ਹੋ ਗਈ ਹੈ, ਉਹ ਤੁਹਾਡੀ ਘਰ ਵਾਲੀ ਦੀ ਤੇ ਬੇਟੀ ਦੀ ਹੈ ਨਾ ਜੀ? ਹਾਂਜੀ ਹਾਂਜੀ। ਤੇ ਬੇਟੀ ਕਿਹੜੀ ਕਲਾਸ 'ਚ ਪੜ੍ਹਦੀ ਸੀ? ਕਿੰਨੀ ਉਮਰ ਸੀ? ਦੂਜੀ 'ਚ। ਕੀ ਨਾਮ ਸੀ ਉਹਦਾ? ਉਹਦਾ ਨਾਂ ਰਚਨਾ ਸੀ। ਤੇ ਘਰ ਵਾਲੀ ਦਾ ਨਾਂ ਕੀ ਸੀ? ਵਿਦਿਆ। ਤਾਂ ਇਸ ਤੋਂ ਬਾਅਦ ਇਹ ਮਾਮਲਾ ਜੋ ਆ ਪੁਲਿਸ ਤੱਕ ਪੁੱਜਿਆ ਹੋਇਆ। ਪੁਲਿਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ। ਕੀ ਕਹਿਣਾ ਹੈ ਪੁਲਿਸ ਅਧਿਕਾਰੀਆਂ ਦਾ? ਸਰ ਇੱਕ ਮਾਮਲਾ ਸਾਹਮਣੇ ਆਇਆ ਪੁਰਹੀਰਾ ਤੋਂ, ਜਿਸ ਵਿੱਚ ਇੱਕ ਮਾਂ ਵੱਲੋਂ ਖੁਦ ਵੀ ਸੁਸਾਈਡ ਕਰ ਲਿਆ ਗਿਆ ਤੇ ਆਪਣੀ ਜਿਹੜੀ ਦੂਜੀ ਜਮਾਤ 'ਚ ਪੜ੍ਹਦੀ ਬੱਚੀ ਨੂੰ ਵੀ ਪਾਣੀ ਦੀ ਟੈਂਕੀ 'ਚ ਡੋਬ ਕੇ ਜਿਹੜਾ ਮਾਰ ਦਿੱਤਾ ਗਿਆ ਤੇ ਬੱਚੇ ਨੂੰ ਵੀ ਉਹਦਾ ਮੁੰਡੇ ਨੂੰ ਵੀ ਫਾਹਾ ਦਿੱਤਾ ਗਿਆ ਸੀ। ਕੀ ਪੂਰਾ ਮਾਮਲਾ ਸੀਗਾ ਜੀ? ਇਹ ਸਾਨੂੰ ਇੱਕ ਫੋਨ ਆਇਆ ਸੀ ਚੌਂਕੀ ਜੱਜ ਪੁਰਹੀਰਾ ਨੂੰ, ਤੇ ਮੌਕੇ 'ਤੇ ਪੁੱਜੇ ਸੀ ਤੇ ਜਾ ਕੇ ਦੇਖਿਆ ਵੀ ਇੱਕ ਜਿਹੜੀ ਲੇਡੀ ਵਿਦਿਆ ਨਾਂ ਦੀ, ਉਹ ਤਾਂ ਚਰਚ ਵਿੱਚ ਰਹਿੰਦੀ ਸੀ ਪਿੱਛੇ ਕਮਰੇ 'ਤੇ, ਤੇ ਉਹਦਾ ਪਤੀ ਜਿਹੜਾ ਹੈ ਫਾਰਮ ਹਾਊਸ ਦੇ ਵਿੱਚ ਦਿਨ ਦਿਹਾੜੀ ਕਰਦਾ ਆ। 2 ਬੱਚੇ ਸੀ ਉਹਦੇ, ਇੱਕ 14 ਸਾਲ ਦਾ ਲੜਕਾ ਤੇ ਇੱਕ ਲੜਕੀ 9 ਸਾਲ ਦੀ ਸੀ। ਉਹ ਲੇਡੀ ਜਿਹੜੀ ਡਿਪਰੈਸ਼ਨ 'ਚ ਬਹੁਤ ਚਿਰ ਤੋਂ ਰਹਿੰਦੀ ਸੀ ਤੇ ਦਵਾਈਆਂ ਖਾਂਦੀ ਸੀ ਕਾਫੀ। ਤੇ ਉਹ ਹੁਣ ਬੱਚਿਆਂ ਨੂੰ ਕਹਿੰਦੇ ਵੀ ਤੁਹਾਡਾ ਲੁਕਣ ਮਿਚੀ ਖੇਲਦੇ, ਗੇਮ ਖੇਲਦੇ, ਉਹਨਾਂ ਨੇ ਅੱਖਾਂ ਬੰਨ੍ਹਤੀਆਂ। ਇੱਕ ਬੱਚੀ ਜਿਹੜੀ ਆ ਉਹਦੇ ਬੇਟਾ ਜਿਹੜਾ ਉਹ ਬਚ ਗਿਆ, ਉਹ ਗਲ ਦੇ ਵਿੱਚ ਫਾਹਾ ਪਾਤਾ ਉਹਦੇ ਵੀ, ਤੇ ਉਹ ਬਚ ਗਿਆ। ਤੇ ਉਹਨੇ ਫਿਰ ਸਾਰੀ ਗੱਲ ਸਟੋਰੀ ਦੱਸੀ ਵੀ ਮਾਤਾ ਨੇ ਇੱਦਾਂ ਕੀਤੀ ਸੀ। ਉਹ ਲੇਡੀ ਨੇ ਆਪਣੀ ਵੀ ਜੀਵਨ ਲੀਲਾ ਖਤਮ ਕਰ ਲਈ ਤੇ ਬੱਚੀ ਦੀ ਵੀ ਜਿਹੜੀ ਆ ਜੀਵਨ ਲੀਲਾ ਖਤਮ ਕਰਤੀ ਟੈਂਕੀ 'ਚ ਡੁੱਬ ਕੇ। ਹੁਸ਼ਿਆਰਪੁਰ 'ਚ ਸਰ ਕਿਹੜੀ ਜਗ੍ਹਾ ਰਹਿ ਰਹੇ ਸੀਗੇ ਜੀ? ਇਹ ਜਿਹੜੀ ਹੈਗੀ ਆ ਫੋਕਲ ਪੁਆਇੰਟ ਦੇ ਕੋਲ ਚਰਚ ਹੈ ਇੱਕ। ਤੇ ਸਰ ਪੁਲਿਸ ਵੱਲੋਂ ਕੀ ਫਰਦਰ ਕਾਰਵਾਈ ਕੀਤੀ ਗਈ ਹੈ? ਹਾਂ ਉਹਦੇ 174 CRPC ਦੀ ਅਸੀਂ ਕਾਰਵਾਈ ਜਿਹੜੀ ਐਮਐਸ ਲਿਆ ਰਹੇ ਹਾਂ ਤੇ ਡੈੱਡ ਬੋਡੀ ਜਿਹੜੀਆਂ ਸਿਵਲ ਹਸਪੀਟਲ ਸੀ ਤਾਂ ਅੱਜ ਉਹਨਾਂ ਦਾ ਪੋਸਟਮਾਰਟਮ ਕਰਵਾ ਦਿੱਤਾ ਜਾਏਗਾ। ਤੋ ਅੰਮ੍ਰਿਤਸਰ ਦੇ ਵਿੱਚ ਇੱਕ ਹੋਰ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ। ਅੰਮ੍ਰਿਤਸਰ ਦੇ ਵਿੱਚ ਜਗਦੀਸ਼ ਟਾਈਟਲਰ ਦੀਆਂ ਟੀ-ਸ਼ਰਟਾਂ ਪਾ ਕੇ ਕੁਝ ਲੋਕ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪੁੱਜੇ ਨੇ, ਜਿੱਥੇ ਉਹਨਾਂ ਦੀਆਂ ਇਹ ਤਸਵੀਰਾਂ ਵਾਇਰਲ ਹੋ ਰਹੀਆਂ ਨੇ। ਦੱਸ ਦਈਏ ਕਿ ਟੀ-ਸ਼ਰਟ ਪਹਿਨ ਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਜੋ ਆ ਪ੍ਰਕਰਮਾਂ ਵਿੱਚ ਇਹਨਾਂ ਨੇ ਫੋਟੋਆਂ ਖਿਚਾਈਆਂ ਨੇ। ਇਹਨਾਂ ਲੋਕਾਂ ਵੱਲੋਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦਿੱਲੀ ਦੰਗਿਆਂ ਦੇ ਦੋਸ਼ਾਂ ਦੇ ਵਿੱਚ ਜਗਦੀਸ਼ ਟਾਈਟਲਰ ਦਾ ਨਾਮ ਆਉਂਦਾ ਹੈ ਔਰ ਸਿੱਖਾਂ ਦੇ ਵੱਲੋਂ ਵਾਰ-ਵਾਰ ਜਗਦੀਸ਼ ਟਾਈਟਲਰ ਦੇ ਜਦੋਂ ਵੀ ਨਾਮ ਯਾਦ ਆਉਂਦਾ ਹੈ ਤੇ ਉਹਨਾਂ ਦੇ ਅੱਲੇ ਜ਼ਖਮਾਂ ਦੇ ਉੱਤੇ ਲੂਣ ਛਿੜਕਣ ਦੀ ਗੱਲ ਆ, ਜੋ ਹੁਣ ਵੀ ਉਸ ਤਰੀਕੇ ਦਾ ਕਾਰਨਾਮਾ ਕੀਤਾ ਗਿਆ ਆ ਕਿ ਟੀ-ਸ਼ਰਟਾਂ ਪਹਿਨੀਆਂ ਗਈਆਂ ਨੇ। ਤਾਂ ਦੱਸ ਦਈਏ
ਕਿ ਕਰਮਜੀਤ ਸਿੰਘ ਗਿੱਲ ਐਸਸੀ ਸੈੱਲ ਕਾਂਗਰਸ ਦਾ ਵਾਈਸ ਚੇਅਰਮੈਨ ਹੈ, ਜੋ ਜਗਦੀਸ਼ ਟਾਈਟਲਰ ਦੇ ਖਾਸਮ ਖਾਸ ਮੰਨਿਆ ਜਾਂਦਾ ਆ। ਕਰਮਜੀਤ ਸਿੰਘ ਗਿੱਲ ਹੈ ਜਿਸ ਨੇ ਇਹ ਟੀ-ਸ਼ਰਟਾਂ ਪਾਈਆਂ ਹੋਈਆਂ ਤੇ ਇਸ ਤੋਂ ਬਾਅਦ ਜੋ ਸਥਿਤੀ ਬਣੀ ਹੋਈ ਹੈ ਉਹ ਵਾਕਿਆ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਤਾਂ ਅਜਿਹਾ ਕਰਕੇ ਇਸ ਵੱਲੋਂ ਜੋ ਆ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਭਾਰਤੀ ਰੇਲਵੇ ਨੇ ਆਪਣਾ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ ਆ। ਮਾਲ ਗੱਡੀ ਦੇ ਵਿੱਚ 295 ਡੱਬੇ ਲੋਡ ਕਰਕੇ ਉਸ ਨੂੰ ਚਲਾਇਆ ਗਿਆ ਆ। ਤਸਵੀਰਾਂ ਤੁਹਾਨੂੰ ਨਾਲ ਦਿਖਾਉਣ ਜਾ ਰਹੇ ਹਾਂ। ਇਹ ਵੱਡਾ ਮਾਰਕਾ ਭਾਰਤੀ ਰੇਲਵੇ ਵੱਲੋਂ ਮਾਰਿਆ ਗਿਆ ਆ। ਤਾਂ ਭਾਰਤੀ ਰੇਲਵੇ ਦੇ ਦੱਖਣ ਪੂਰਬੀ ਮੱਧ ਰੇਲਵੇ ਨੇ ਭਾਰਤ ਦੇ 76ਵੇਂ ਸੁਤੰਤਰਤਾ ਦਿਵਸ ਦੇ ਮੌਕੇ ਉੱਤੇ 295 ਲੋਡਡ ਵੈਗਨਾਂ ਨਾਲ ਸੁਪਰ ਵਸੂਕੀ ਮਾਲ ਗੱਡੀ ਚਲਾਈ। ਭਾਰਤੀ ਰੇਲਵੇ ਦੁਆਰਾ ਸੰਚਾਲਿਤ ਹੁਣ ਤੱਕ ਦੀ ਸਭ ਤੋਂ ਲੰਬੀ ਅਤੇ ਸਭ ਤੋਂ ਭਾਰੀ ਮਾਲ ਗੱਡੀ ਜਿਹੜੀ ਕਿ ਇਸ ਵਕਤ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ 15 ਅਗਸਤ ਨੂੰ ਸਰਕਾਰ ਦੇ ਆਜ਼ਾਦੀ ਦਾ ਅੰਮ੍ਰਿਤ ਮਹਾ ਉਤਸਵ ਤਿਉਹਾਰ ਦੇ ਹਿੱਸੇ ਵਜੋਂ ਚਲਾਈ ਗਈ ਸੀ। ਸੁਪਰ ਵਸੂਕੀ ਗੱਡੀ ਜੋ ਆ 3.5 ਕਿਲੋਮੀਟਰ ਲੰਬਾ ਪੈਟਰਾਲ ਹੈ, ਜਿਸ ਵਿੱਚ 295 ਲੋਡਡ ਬੋਗੀਆਂ ਤੇ ਲਗਭਗ 27000 ਟਨ ਦਾ ਪਿਛਲਾ ਲੋਡ ਇਸ ਦੇ ਉੱਪਰ ਲੱਦਿਆ। ਇੱਕ ਰੇਲਵੇ ਵੱਲੋਂ ਪਤਾ ਲੱਗਿਆ ਕਿ ਅੰਮ੍ਰਿਤਕਾਲ ਦੀ ਸ਼ੁਰੂਆਤ ਨੂੰ ਦਰਸਾਉਣ ਲਈ SCCR ਨੇ 15 ਅਗਸਤ 2022 ਨੂੰ ਆਜ਼ਾਦੀ ਦੇ ਅੰਮ੍ਰਿਤ ਮਹਾ ਉਤਸਵ ਦੇ ਜਸ਼ਨਾਂ ਵਜੋਂ ਸੁਪਰ ਵਸੂਕੀ ਇੱਕ 5 ਲੋਡਡ ਟ੍ਰੇਨ ਲੰਬੇ ਹਾਲ ਦਾ ਗਠਨ ਅਤੇ ਸੰਚਾਲਨ ਕੀਤਾ। ਇਸ ਤੋਂ ਪਹਿਲਾਂ ਜੂਨ ਵਿੱਚ ਦੱਖਣੀ ਪੂਰਬੀ ਮੱਧ ਰੇਲਵੇ ਨੇ ਵੀ ਕਰਮਵਾਰ ਨਾਗ ਰੇਲ ਵਾਤਸੂਕੀ ਅਤੇ ਤਰਸੂਲ ਸਟੇਸ਼ਨਾਂ ਦਾ ਰਿਕਾਰਡ ਕਾਇਮ ਕੀਤਾ ਸੀ। ਤੇ ਇਸ ਦੇ ਨਾਲ ਹੀ ਮੁੱਕਦਾ ਜੀ ਅੱਜ ਦੀਆਂ ਖਬਰਾਂ ਦਾ ਬੁਲਟਨ। ਦੇਖਦੇ ਰਹੋ ਦ ਲਾਈਵ ਟੂਡੇ ਚੈਨਲ। ਧੰਨਵਾਦ।